ਹੈਲੋ ਫਰੈਂਡਸ, ਵੈਲਕਮ ਬੈਕ। ਯਦੂ ਐਜੂਕੇਸ਼ਨ ਦੀ ਅੱਜ ਦੀ ਕਲਾਸ ਦੇ ਸੈਸ਼ਨ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 60-60 ਦੀ ਜਿਹੜੀ ਪਹਿਲੀ ਭਰਤੀ ਹੋਈ ਸੀ, ਮਾਸਟਰ ਕੇਡਰ ਦੀ ਇਹ ਪਹਿਲੀ ਭਰਤੀ ਹੈਗੀ। 2015 ਦੇ ਵਿੱਚ ਇਹਦੀ ਐਡ ਆਈ ਸੀ ਤੇ 2016 ਦੇ ਵਿੱਚ ਇਹਦਾ ਪੇਪਰ ਜਿਹੜਾ ਸੀ ਉਹ ਲਿਆ ਗਿਆ ਸੀਗਾ। ਤਾਂ 2016 ਦੇ ਪੇਪਰ ਦੇ ਵਿੱਚ ਅੱਜ ਅਸੀਂ ਕਰਾਂਗੇ ਜਿਹੜਾ 60-60 ਦੀ ਭਰਤੀ ਦਾ SST ਦਾ ਹਿਸਟਰੀ ਪੋਰਸ਼ਨ ਹੈਗਾ। ਤੈਨੂੰ ਕਰਾਂਗੇ 75 ਕੁਐਸਚਨ ਹੈਗੇ। ਤਾਂ ਤੁਸੀਂ ਗੱਲ ਨੂੰ ਦੇਖਿਓ ਵੀ ਇਹਦੇ ਵਿੱਚ ਕਿੰਨੇ ਸਾਰੇ ਕੁਐਸਚਨ ਜਿਹੜੇ ਨੇ ਅਗਲੀ ਭਰਤੀ ਦੇ ਵਿੱਚ ਜਾਂ ਅਗਲੇ ਪੇਪਰਾਂ ਦੇ ਵਿੱਚ ਰਿਪੀਟ ਕੀਤੇ ਗਏ ਨੇਗੇ। ਤਾਂ ਮੈਂ ਕ੍ਰਿਸ਼ਨ ਯਾਦਵ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਫਸਟ ਕੁਐਸਚਨ ਹੈ, ਸ਼ਾਹੀ ਇਸ਼ਨਾਨ ਨਾਲ ਕਿਹੜਾ ਸ਼ਹਿਰ ਸੰਬੰਧਿਤ ਹੈ। ਹੁਣ ਤੁਹਾਨੂੰ ਦੇਖੋ ਵੀ ਸ਼ਾਹੀ ਇਸ਼ਨਾਨ ਜਾਂ ਫਿਰ ਜਿਹੜਾ ਸਾਡਾ ਗ੍ਰੇਟ ਬਾਥ ਸਾਨੂੰ ਮਿਲਿਆ ਸੀ ਤਾਂ ਕਿਹੜੇ ਸ਼ਹਿਰ ਦੇ ਵਿੱਚ ਮਿਲਿਆ ਸੀ, ਤਾਂ ਉਹ ਮਿਲਿਆ ਸਾਨੂੰ ਮੋਹਨਜੋਦੜੋ ਦੇ ਵਿੱਚੋਂ। ਤਾਂ ਇਹ ਕਾਫੀ ਫੇਮਸ ਹੈਗਾ ਕੁਐਸਚਨ, ਬਾਰ-ਬਾਰ ਰਿਪੀਟ ਹੋ ਰਿਹਾ ਕੁਐਸਚਨ ਇਹ। ਅਸ਼ਵ ਸ਼ਬਦ ਤੋਂ ਕੀ ਭਾਵ ਹੈ। ਤਾਂ ਅਸ਼ਵ ਸ਼ਬਦ ਦਾ ਵੀ ਕੁਐਸਚਨ ਆ ਚੁੱਕਿਆ ਪਹਿਲਾਂ। ਤਾਂ ਅਸ਼ਵ ਦਾ ਮਤਲਬ ਕੀ ਹੈਗਾ, ਇਹਦਾ ਮਤਲਬ ਹੁੰਦਾ ਜੀ ਘੋੜਾ। ਸੰਸਕ੍ਰਿਤ ਭਾਸ਼ਾ ਦਾ ਇੱਕ ਸ਼ਬਦ ਹੈਗਾ ਅਸ਼ਵ, ਇਹਦਾ ਮਤਲਬ ਹੈ ਘੋੜਾ। ਥਰਡ ਕੁਐਸਚਨ ਦੇਖ ਲੈਂਦੇ ਆਪਾਂ, ਕਿਹੜਾ ਜੈਨ ਸੰਪਰਦਾਇ ਸਫੇਦ ਪੋਸ਼ਾਕ ਪਹਿਨਦਾ ਸੀ। ਤਾਂ ਸਾਨੂੰ ਪਤਾ ਵੀ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਜਿਹੜਾ ਸੀਗਾ ਜੈਨ ਧਰਮ। ਇੱਕ ਦਿਗੰਬਰ ਸੀਗੇ ਤੇ ਇੱਕ ਸ਼ਵੇਤਾਂਬਰ ਸੀਗੇ। ਤਾਂ ਇੱਥੇ ਦਿਗੰਬਰ ਸ਼ਵੇਤਾਂਬਰ। ਤਾਂ ਦੇਖੋ ਸ਼ਵੇਤ ਦਾ ਮਤਲਬ ਕੀ ਹੁੰਦਾ, ਵਾਈਟ, ਚਿੱਟਾ, ਠੀਕ ਹੈ। ਤੇ ਇਹਦਾ ਆਨਸਰ ਆ ਜਾਊਗਾ ਸਾਡਾ ਸ਼ਵੇਤਾਂਬਰ। ਇਹ ਸਫੇਦ ਪੋਸ਼ਾਕ ਪਾਉਂਦੀ ਸੀ ਤੇ ਜਿਹੜੇ ਦਿਗੰਬਰ ਸੀ ਇਹ ਆਪਣੇ ਤਨ ਦੇ ਉੱਪਰ ਕੋਈ ਵੀ ਜਿਹੜਾ ਕੱਪੜਾ ਉਹ ਨਹੀਂ ਪਾਉਂਦੇ ਸੀ, ਮਤਲਬ ਨੰਗੇ ਰਹਿੰਦੇ ਸੀਗੇ। ਨੰਗੇ ਰਹਿੰਦੇ ਹੁਣ ਵੀ ਰਹਿੰਦੇ ਨੇਗੇ, ਹਨਾ। ਤਾਂ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ, ਸ਼ਵੇਤਾਂਬਰ ਤੇ ਦਿਗੰਬਰ। ਤੇ ਸ਼ਵੇਤਾਂਬਰ ਜਿਹੜੇ ਸੀ ਇਹ ਵਾਈਟ ਕੱਪੜੇ, ਹੁਣ ਵੀ ਤੁਸੀਂ ਦੇਖਦੇ ਹੋਵੋਗੇ ਆਪਣੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਆਉਂਦੇ ਨੇਗੇ ਜਿਹੜੇ ਜੈਨ ਮੁਨੀ ਹੁੰਦੇ ਨੇਗੇ, ਤਾਂ ਉਹਨਾਂ ਦੇ ਵਾਈਟ ਕੱਪੜੇ ਪਾਏ ਹੁੰਦੇ ਨੇਗੇ। ਤਾਂ ਉਹਨੂੰ ਅਸੀਂ ਸ਼ਵੇਤਾਂਬਰ ਜਿਹੜਾ ਸੰਪਰਦਾਇ ਦੇ ਨਾਮ ਨਾਲ ਅਸੀਂ ਜਾਣਦੇ ਹਾਂ। ਫੋਰਥ ਕੁਐਸਚਨ ਹੈ, ਇਹ ਵੀ ਰਿਪੀਟਡ ਹੈ, ਰਿਪੀਟ ਹੋਇਆ ਮਤਲਬ ਇਸ ਤੋਂ ਬਾਅਦ ਰਿਪੀਟ ਹੋਏ ਨੇ ਕੁਐਸਚਨ। ਬੁੱਧ ਧਰਮ ਦੇ ਫੈਲਾਅ ਦੇ ਵਿੱਚ ਕਿਹੜੀ ਭਾਸ਼ਾ ਨੇ ਇੱਕ ਵਿਸ਼ਾਲ ਯੋਗਦਾਨ ਪਾਇਆ ਸੀ। ਤਾਂ ਸਾਨੂੰ ਪਤਾ ਹੈ ਜੀ ਪਾਲੀ ਭਾਸ਼ਾ ਦੇ ਵਿੱਚ ਜ਼ਿਆਦਾਤਰ ਬੁੱਧ ਗ੍ਰੰਥ ਲਿਖੇ ਗਏ ਨੇ, ਜਾਂ ਮਹਾਤਮਾ ਬੁੱਧ ਨੇ ਵੀ ਪਾਲੀ ਭਾਸ਼ਾ ਦੇ ਵਿੱਚ ਆਪਣੇ ਜਿਹੜੇ ਜ਼ਿਆਦਾਤਰ ਉਪਦੇਸ਼ ਸੀ ਉਹ ਦਿੱਤੇ ਸੀਗੇ। 5 ਨੰਬਰ ਕੁਐਸਚਨ ਦੇਖ ਲੈਂਦੇ ਆ, ਜੈਨ ਧਰਮ ਦਾ 24ਵਾਂ ਤੀਰਥੰਕਰ ਕਿਸ ਨੂੰ ਮੰਨਿਆ ਗਿਆ ਹੈ। 24ਵਾਂ ਤੀਰਥੰਕਰ, ਹੁਣ ਤੁਹਾਨੂੰ ਪਤਾ ਵੀ 24 ਤੀਰਥੰਕਰ ਹੋਏ ਨੇ ਜੈਨ ਧਰਮ ਦੇ ਵਿੱਚ। ਤਾਂ 24 ਤੀਰਥੰਕਰ ਸੀਗੇ ਮਹਾਵੀਰ ਸਵਾਮੀ, ਠੀਕ ਨਾ। ਮਹਾਵੀਰ ਸਵਾਮੀ ਦਾ ਆਨਸਰ ਆ ਜਾਊਗਾ। ਅਸ਼ਟਾਂਗ ਮਾਰਗ ਦੀ ਸਿਫਾਰਿਸ਼ ਕਿਸਨੇ ਕੀਤੀ ਸੀ। ਤਾਂ ਮੈਂ ਇਹ ਦੇਖੋ ਕਈ ਵਾਰ ਨਾ ਇੰਗਲਿਸ਼ ਤੋਂ ਕਨਵਰਟ ਕਰਦੇ ਹੋ ਪੰਜਾਬੀ ਦੇ ਵਿੱਚ ਮਿਸਟੇਕ ਸੀਗੀਆਂ ਕੁਛ, ਤਾਂ ਮੈਂ ਇਹਨਾਂ ਨੂੰ ਐਜ਼ ਇਟ ਇਜ਼ ਲਿਖਿਆ ਹੋਇਆ। ਮੈਂ ਤੁਹਾਨੂੰ ਦੱਸ ਦੂੰਗਾ ਵੀ ਕਿਹੜੇ ਕੁਐਸਚਨ ਦੇ ਵਿੱਚ ਥੋੜੀ ਬਹੁਤ ਮਿਸਟੇਕ ਹੈਗੀ ਸੀ। ਤਾਂ ਅਸ਼ਟਾਂਗ ਮਾਰਗ ਦੀ ਸਿਫਾਰਿਸ਼ ਕਿਹਨੇ ਕੀਤੀ ਸੀਗੀ। ਤਾਂ ਅਸ਼ਟਾਂਗ ਮਾਰਗ ਜਿਹੜਾ ਸੀਗਾ ਉਹ ਮਹਾਤਮਾ ਬੁੱਧ ਦਾ ਇੱਕ ਕੰਸੈਪਟ ਸੀਗਾ, ਜਿਹਦੇ ਵਿੱਚ ਉਹਨਾਂ ਨੇ 8 ਮਾਰਗਾਂ ਦੀ ਜਾਂ ਫਿਰ ਮੱਧ ਮਾਰਗ ਜਿਹਨੂੰ ਅਸੀਂ ਆਖ ਦਿੰਦੇ ਹਾਂ। ਤਾਂ ਇਹਦਾ ਆਨਸਰ ਆਊਗਾ ਜੀ ਮਹਾਤਮਾ ਬੁੱਧ ਜਾਂ ਭਗਵਾਨ ਬੁੱਧ। ਮਹਾਜਨਪਦਾਂ ਦੀ ਅਸੀਂ ਪਛਾਣ ਕਰਨੀ ਹੈ। ਤਾਂ 16 ਮਹਾਜਨਪਦ ਹੋਏ ਨੇ ਉੱਤਰ ਜਿਹੜਾ ਵੈਦਿਕ ਕਾਲ ਸੀਗਾ ਉਹਦੇ ਵਿੱਚ। ਤਾਂ ਇਹਦੇ ਵਿੱਚ ਮਗਧ ਵੀ ਸੀਗਾ, ਕੌਸ਼ਲ ਵੀ ਸੀਗਾ, ਵਤਸ ਵੀ ਸੀਗਾ। ਤਾਂ ਇਹਦਾ ਮਤਲਬ ਕੀ ਹੋ ਜਾਊਗਾ ਵੀ ਇਹ ਸਾਡੇ ਸਾਰੇ ਦੇ ਸਾਰੇ ਜਿੰਨੇ ਵੀ ਮਹਾਜਨਪਦ ਹੋਏ ਨੇ ਇਹ ਤਿੰਨੇ ਜਿਹੜੇ ਸੀਗੇ ਇਹ ਇਹਦੇ ਵਿੱਚ 16 ਮਹਾਜਨਪਦਾਂ ਦੇ ਵਿੱਚ ਸ਼ਾਮਿਲ ਨੇ। ਤਾਂ ਇਹਦਾ ਆਨਸਰ 4th ਆ ਜਾਊਗਾ। ਮੌਰੀਆ ਰਾਜਵੰਸ਼ ਦੇ ਖੋਜਕਰਤਾ ਦਾ ਨਾਮ ਲਿਖੋ ਨਾ। ਤਾਂ ਇੰਗਲਿਸ਼ ਤੋਂ ਕਨਵਰਟ ਕੀਤਾ ਜਾਂਦਾ ਪੰਜਾਬੀ ਦੀ ਕੁਛ ਹੋਰ ਬਣ ਜਾਂਦੀ ਹੈ। ਤਾਂ ਇੱਥੇ ਮੌਰੀਆ ਰਾਜਵੰਸ਼ ਦੀ ਸਥਾਪਨਾ ਜਾਂ ਉਹਦਾ ਸੰਸਥਾਪਕ ਜਿਹੜਾ ਸੀ ਉਹਦੇ ਬਾਰੇ ਅਸੀਂ ਗੱਲ ਕਰਨੀ ਸੀਗੀ। ਤਾਂ ਮੌਰੀਆ ਸਾਮਰਾਜ ਦੀ ਸਥਾਪਨਾ ਜਿਹੜੀ ਕੀਤੀ ਉਹ ਕਿਹਨੇ ਕੀਤੀ ਹੈ, ਚੰਦਰਗੁਪਤ ਮੌਰੀਆ ਨੇ ਕੀਤੀ। ਤਾਂ ਇਹਦਾ ਆਨਸਰ ਬਣ ਜਾਊਗਾ 8th ਕਲਾਸ। ਇਸ ਕੁਐਸਚਨ ਦਾ ਜਿਹੜਾ ਬਣ ਜਾਊਗਾ ਆਨਸਰ ਸਾਡਾ ਉਹ ਬਣ ਜਾਊਗਾ 3। ਪਿਆਦਾਸੀ ਦਾ ਕੁਐਸਚਨ ਵੀ ਬਾਅਦ ਦੇ ਵਿੱਚ ਇਹਦੇ ਵਿੱਚੋਂ ਹੀ ਲਿਆ ਗਿਆ। ਪਿਆਦਾਸੀ ਦੇ ਨਾਮ ਨਾਲ ਕੌਣ, ਜਾਂ ਪ੍ਰਿਯਦਰਸ਼ੀ ਜਾਂ ਪਿਆਦਾਸੀ ਦੇ ਨਾਮ ਨਾਲ ਕੌਣ ਸੰਬੰਧੀ ਸੀਗਾ। ਤਾਂ ਇਹਦਾ ਸਾਨੂੰ ਬਹੁਤ ਸਾਰੀਆਂ ਪੁਸਤਕਾਂ ਦੇ ਵਿੱਚ ਨਾਮ ਮਿਲਦਾ ਹੈਗਾ ਪਿਆਦਾਸੀ। ਤਾਂ ਫਿਰ ਕੌਣ ਸੀ ਪਿਆਦਾਸੀ, ਤਾਂ ਉਹ ਅਸ਼ੋਕ ਨੂੰ ਹੀ ਸੰਬੋਧਿਤ ਕੀਤਾ ਗਿਆ ਹੈਗਾ। ਅਰਥ ਸ਼ਾਸਤਰ ਪੁਸਤਕ ਕਿਹਨੇ ਲਿਖੀ ਸੀ। ਤਾਂ ਅਰਥ ਸ਼ਾਸਤਰ ਪੁਸਤਕ ਕਾਫੀ ਫੇਮਸ ਪੁਸਤਕ ਹੈ, ਨਾਮ ਇਹਦਾ ਅਰਥ ਸ਼ਾਸਤਰ ਭਾਵੇਂ, ਪਰ ਇਹ ਜਿਹੜੀ ਮੂਲ ਇਹਦੀ ਜਿਹੜੀ ਸੰਬੰਧ ਹੈਗਾ ਉਹ ਕਿਹਦੇ ਨਾਲ ਹੈਗਾ, ਉਹ ਹੈਗਾ ਰਾਜਨੀਤੀ ਦੇ ਨਾਲ। ਤਾਂ ਇਸ ਪੁਸਤਕ ਦੇ ਜਿਹੜੇ ਲੇਖਕ ਸੀ ਉਹ ਸੀਗੇ ਕੌਟਲਿਆ, ਜਿਹਨੂੰ ਅਸੀਂ ਚਾਣਕਿਆ ਦੇ ਨਾਮ ਨਾਲ ਵੀ ਜਾਣਦੇ ਹਾਂ। ਮੌਰੀਆ ਸਾਮਰਾਜ ਦੇ ਵਿੱਚ ਮੌਰੀਆ ਚੰਦਰਗੁਪਤ ਮੌਰੀਆ ਦੇ ਇਹ ਪ੍ਰਧਾਨ ਮੰਤਰੀ ਸੀ, ਉਹਦੇ ਗੁਰੂ ਵੀ ਸੀਗੇ। 11 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਗੁਪਤ ਸਾਮਰਾਜ ਨੇ ਕਿਸ ਦੇ ਕਾਲ ਦੇ ਵਿੱਚ ਆਪਣੇ ਚਿੰਨ੍ਹ ਛੱਡੇ ਸੀ। ਆਪਣੇ ਚਿੰਨ੍ਹ ਛੱਡਣ ਦਾ ਮਤਲਬ ਕੀ ਹੈ ਇੱਥੇ ਵੀ ਉਹ ਇਸ ਕਾਲ ਦੇ ਇਸ ਰਾਜ ਦੇ ਦੌਰਾਨ ਉਸ ਕਾਲ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਹੋਈ ਸੀਗੀ। ਗੁਪਤ ਸਾਮਰਾਜ ਦੀ ਪ੍ਰਸਿੱਧੀ ਸਭ ਤੋਂ ਜ਼ਿਆਦਾ ਕਿਹਦੇ ਕਾਲ ਦੇ ਵਿੱਚ ਹੋਈ ਸੀਗੀ, ਤਾਂ ਹੋਈ ਸੀ ਚੰਦਰਗੁਪਤ ਦੂਸਰੇ ਦੇ ਕਾਲ ਦੇ ਵਿੱਚ, ਜਿਹਨੂੰ ਅਸੀਂ ਚੰਦਰਗੁਪਤ ਵਿਕਰਮਾਦਿੱਤਿਆ ਦੇ ਨਾਮ ਨਾਲ ਵੀ ਜਾਣਦੇ ਹੁੰਦੇ ਹਾਂ। ਪੁਸ਼ਯਮਿੱਤਰ ਸ਼ੁੰਗ, ਇਹ ਵੀ ਕੁਐਸਚਨ ਬਾਅਦ ਦੇ ਵਿੱਚ ਪੁੱਛ ਲਿਆ ਗਿਆ ਐਗਜ਼ਾਮ ਦੇ ਵਿੱਚ, ਇਸੇ ਮਾਸਟਰ ਕੇਡਰ ਐਗਜ਼ਾਮ ਦੇ ਵਿੱਚ ਹੀ, ਜਿਹੜਾ ਆਪਾਂ 1-2 ਦਿਨ ਪਹਿਲਾਂ ਹੀ ਕਰਕੇ ਆਏ ਸੀਗੇ। ਤਾਂ ਲਾਸਟ ਕਲਾਸ ਦੇ ਵਿੱਚ ਆਪਾਂ ਕੀਤਾ ਸੀ ਲਾਸਟ ਪੇਪਰ। ਪੁਸ਼ਯਮਿੱਤਰ ਸ਼ੁੰਗ ਜਿਹੜਾ ਸੀ ਕੌਣ ਸੀਗਾ। ਤੁਹਾਨੂੰ ਪਤਾ ਵੀ ਜਿਹੜਾ ਪੁਸ਼ਯਮਿੱਤਰ ਸ਼ੁੰਗ ਸੀਗਾ ਇਹ ਆਖਰੀ ਜਿਹੜਾ ਮੌਰੀਆ ਸਾਮਰਾਜ ਦਾ ਰਾਜਾ ਸੀਗਾ ਬ੍ਰਿਹਦਰਥ, ਉਹਦਾ ਇੱਕ ਅਮਾਤਿਆ ਜਾਂ ਇੱਕ ਸੈਨਾਪਤੀ ਸੀ ਉਹ। ਤਾਂ
ਇਹਨੇ ਬਾਅਦ ਦੇ ਵਿੱਚ ਬ੍ਰਿਹਦਰਥ ਦੀ ਹੱਤਿਆ ਕਰਕੇ ਕੀ ਕਰਤਾ ਸੀਗਾ, ਆਪਣੇ ਉਸ ਦਾ ਵਿਨਾਸ਼ ਕਰਤਾ ਸੀਗਾ ਤੇ ਫਿਰ ਬਾਅਦ ਦੇ ਵਿੱਚ ਇਹਨੇ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ ਸੀ। ਤਾਂ ਇਹਦਾ ਆਨਸਰ ਆ ਜਾਊਗਾ 3 ਆਨਸਰ। 13 ਨੰਬਰ ਕੁਐਸਚਨ ਦੇਖ ਲੈਂਦੇ ਆ। ਗੁਪਤ ਕਾਲ ਦੌਰਾਨ ਪ੍ਰਸਿੱਧ ਸੰਸਕ੍ਰਿਤ ਵਿਆਕਰਨਵੇਤਾ ਜਿਹਨੇ ਵਿਆਕਰਨ ਦੀ ਰਚਨਾ ਕੀਤੀ ਸੀ ਤਾਂ ਕੌਣ ਸੀਗਾ ਇਹ? ਤਾਂ ਇਹਦਾ ਆਨਸਰ ਆ ਜਾਊਗਾ ਜੀ ਪਾਣਿਨੀ। ਤਾਂ ਪਾਣਿਨੀ ਨੇ ਇੱਕ ਵਿਆਕਰਨ ਨਾਮ ਦਾ ਇੱਕ ਜਿਹੜੀ ਸੀ ਗ੍ਰੰਥ ਲਿਖਿਆ ਸੀ ਉਹਨੇ, ਤਾਂ ਵਿਆਕਰਨਵੇਤਾ ਉਸ ਟਾਈਮ ਦਾ ਕੌਣ ਸੀ? ਪਾਣਿਨੀ ਸੀ। ਹਿਊਨ ਸਾਂਗ ਕਿਸ ਦੇ ਕਾਲ ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ? ਕੁਐਸਚਨ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਤਾਂ ਹਿਊਨ ਸਾਂਗ ਜਿਹੜਾ ਸੀ ਇਹਦਾ ਸੰਬੰਧ ਸੀਗਾ ਜੀ ਕਿਸ ਕਾਲ ਦੇ ਨਾਲ? ਹਰਸ਼ਵਰਧਨ ਦੇ ਕਾਲ ਦੇ ਵਿੱਚ ਇਹ ਭਾਰਤ ਦੇ ਵਿੱਚ ਆਇਆ ਸੀਗਾ, ਤਾਂ ਇਹਨੇ ਅਧਿਐਨ ਕੀਤਾ ਸੀ ਉਸ ਟਾਈਮ ਆ ਕੇ। ਹਰਸ਼ ਚਰਿੱਤਰ ਕਿਸਨੇ ਲਿਖੀ ਸੀ? ਹਰਸ਼ ਚਰਿੱਤਰ ਜਿਹੜਾ ਹਰਸ਼ਵਰਧਨ ਦੇ ਜੀਵਨੀ ਦੇ ਉੱਪਰ ਆਧਾਰਿਤ ਹੈ, ਇੱਕ ਕਿਤਾਬ ਹੈ, ਪੁਸਤਕ ਹੈ। ਤਾਂ ਕਿਹਨੇ ਲਿਖੀ ਸੀ? ਤਾਂ ਇਹ ਲਿਖੀ ਸੀ ਜੀ ਬਾਣ ਭੱਟ ਨੇ, ਜਿਹੜਾ ਕਿ ਇਹਦਾ ਦਰਬਾਰੀ ਕਵੀ ਮੰਨਿਆ ਜਾਂਦਾ ਹੈਗਾ। ਅੰਗੀਕੁਲ ਦੰਤ ਕਥਾ। ਅੰਗੀਕੁਲ ਦੰਤ ਕਥਾ ਜਿਹੜੀ ਹੈ, ਦੰਦ ਕਥਾ ਜਾਂ ਦੰਤ ਕਥਾ ਹੈ ਜਿਹੜੀ, ਬੇਸਿਕਲੀ ਇਹਦਾ ਨਾਮ ਪੂਰਾ ਅਗਨੀਕੁਲ ਹੈ। ਅਗਨੀਕੁਲ ਦੰਤ ਕਥਾ ਜਿਹੜੀ ਹੈ ਉਹ ਫੇਮਸ ਹੈਗੀ। ਕਿਹਦੇ ਨਾਲ? ਇਹਦਾ ਆਨਸਰ ਤਾਂ ਹੋਊਗਾ ਜੀ ਰਾਜਪੂਤ। ਤਾਂ ਇੱਕ ਕਹਾਣੀ ਹੈ ਕਿ ਸਟੋਰੀ ਹੈ ਵੀ ਪਰਸ਼ੂਰਾਮ ਨੇ, ਇਹ ਕੁਐਸਚਨ ਪਹਿਲਾਂ ਵੀ ਆ ਚੁੱਕਿਆ ਹੈਗਾ, ਸ਼ਾਇਦ ਲੈਕਚਰ ਦੇ ਪੇਪਰ ਦੇ ਵਿੱਚ ਆਇਆ ਸੀ ਕੁਐਸਚਨ ਇਹ, ਤੁਸੀਂ ਦੇਖ ਲਿਓ ਸਾਰੇ ਪੇਪਰ ਚੱਕ ਕੇ। ਤਾਂ ਉਸ ਟਾਈਮ ਕੀ ਸੀਗਾ ਵੀ ਇਹ ਮੰਨਿਆ ਜਾਂਦਾ ਸੀ ਪਰਸ਼ੂਰਾਮ ਨੇ ਪੂਰੀ ਧਰਤੀ ਦੇ ਉੱਪਰੋਂ ਛਤਰੀ ਜਿਹੜੇ ਸੀ ਉਹਨੂੰ ਕੀ ਕਰਤਾ ਸੀ? ਖਤਮ ਕਰਤਾ ਸੀਗਾ। ਤਾਂ ਫਿਰ ਬ੍ਰਾਹਮਣਾਂ ਨੇ ਮਾਊਂਟ ਆਬੂ ਪਰਬਤ ਦੇ ਉੱਪਰ ਜਾ ਕੇ ਇੱਕ ਪੂਜਾ ਕੀਤੀ ਸੀਗੀ ਤਾਂ ਕਿ ਛਤਰੀਆਂ ਨੂੰ ਅਸੀਂ ਦੁਬਾਰਾ ਪੈਦਾ ਕਰ ਸਕੀਏ, ਤਾਂ ਕਿ ਧਰਤੀ ਨੂੰ ਬਚਾਇਆ ਜਾ ਸਕੇ। ਮਤਲਬ ਕਿ ਦੰਤ ਕਥਾ ਚੱਲਦੀ ਆ ਰਹੀ ਸ਼ੁਰੂ ਤੋਂ ਹੀ। ਤਾਂ ਇਹ ਰਾਜਪੂਤਾਂ ਨਾਲ ਸੰਬੰਧੀ ਸੀ। ਇਹ ਮੰਨਿਆ ਜਾਂਦਾ ਵੀ ਉਸ ਤੋਂ ਬਾਅਦ ਫਿਰ 32 ਰਾਜਪੂਤਾਂ ਦੀਆਂ ਜਿਹੜੀ ਜਾਤੀਆਂ ਉਹਦੇ ਵਿੱਚੋਂ ਪੈਦਾ ਹੋਈਆਂ ਸੀ, ਜਿਵੇਂ ਚੌਹਾਨ ਇਹਦੇ ਵਿੱਚ, ਠੀਕ ਹੈ, ਗੁਰਜਰ ਪਤਿਹਾਰ ਵਗੈਰਾ ਸਾਰੇ ਇਹਦੇ ਵਿੱਚ ਆ ਜਾਂਦੇ ਨੇ ਹਨਾ। ਤਾਂ ਅੰਗੀਕੁਲ ਦੰਤ ਕਥਾ ਸੰਬੰਧੀ ਸੀਗੀ ਰਾਜਪੂਤਾਂ ਦੇ ਨਾਲ। 17 ਨੰਬਰ ਕੁਐਸਚਨ ਦੇਖ ਲੈਂਦੇ ਅਸੀਂ। ਕੁਤਬਦੀਨ ਐਬਕ ਜਿਹੜਾ ਸੀਗਾ ਇਹ ਖੇਡ ਖੇਡਦਾ ਮਾਰਿਆ ਗਿਆ ਸੀਗਾ, ਤਾਂ ਇਹਦਾ ਆਨਸਰ ਆਓ ਜੀ ਪੋਲੋ। ਠੀਕ ਹੈ, ਇਹਦਾ ਆਨਸਰ ਪੋਲੋ ਆਊਗਾ। ਤਾਂ ਇਹ 1210 ਦੇ ਵਿੱਚ ਇਹਦੀ ਮੌਤ ਹੋਈ ਸੀ। ਪੋਲੋ ਖੇਡਦਾ ਹੋਇਆ ਇਹ ਮਾਰਿਆ ਗਿਆ ਸੀਗਾ। ਨੈਕਸਟ ਹੈ ਚਾਹਲਗਣੀ ਕੀ ਸੀ? ਠੀਕ ਹੈ, ਚਾਹਲਗਣੀ ਜਾਂ ਜਿਹਨੂੰ ਅਸੀਂ ਚਾਲੀਸਾ ਦੇ ਨਾਮ ਨਾਲ ਵੀ ਜਾਣਦੇ ਹਾਂ। ਠੀਕ ਹੈ, ਤਾਂ 40 ਸਰਦਾਰਾਂ ਦਾ ਇੱਕ ਸਮੂਹ ਸੀਗਾ ਇਹ। ਤਾਂ ਇਹ ਸੀ ਜੀ ਤੁਰਕ ਕੁਲਿੰਤੰਤਰ। ਠੀਕ ਹੈ, ਇਲਤੁਤਮਿਸ਼ ਨੇ ਇਹਦੀ ਜਿਹੜੀ ਸਥਾਪਨਾ ਕੀਤੀ ਸੀਗੀ ਉਹ, ਤਾਂ ਇਹਦਾ ਅੰਤ ਬਾਅਦ ਵਿੱਚ ਕਰਤਾ ਸੀ ਬਲਬਨ ਨੇ। ਤਾਂ ਚਾਹਲਗਣੀ ਕੀ ਸੀਗਾ? ਇੱਕ ਤੁਰਕੀ ਕੁਲਿੰਤੰਤਰ ਸੀਗਾ, ਜਿਹੜੇ ਟੌਪ ਮੋਸਟ ਜਿਹੜੇ ਸਰਦਾਰ ਸੀਗੇ, ਤੁਰਕ ਸਰਦਾਰ ਸੀਗੇ, ਉਹਨਾਂ ਦਾ ਇੱਕ ਸਮੂਹ ਸੀਗਾ ਇਹ। 18 ਦਾ ਆ ਜਾਊਗਾ ਜੀ 4th ਨੰਬਰ। ਜ਼ਿਆਉਦੀਨ ਬਰਤਾਨੀ ਦਾ ਕੁਐਸਚਨ ਕਈ ਵਾਰ ਪੁੱਛ ਲਿਆ ਗਿਆ। ਤਾਂ ਜ਼ਿਆਉਦੀਨ ਬਰਤਾਨੀ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਤਾਂ ਇਹ ਇਤਿਹਾਸਕਾਰ ਸੀਗਾ। ਤਾਂ ਇਹਨੀ ਇੱਕ ਪੁਸਤਕ ਲਿਖੀ ਸੀਗੀ, ਤਾਂ ਉਹ ਮੈਂ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਲਾਸਟ ਕਲਾਸ ਦੇ ਵਿੱਚ। ਤਾਂ ਜ਼ਿਆਉਦੀਨ ਬਰਤਾਨੀ ਤੀਸਰੀ ਵਾਰ ਕੁਐਸਚਨ ਆਇਆ ਇਹ। ਸ਼ੇਰ ਸ਼ਾਹ ਸੂਰੀ ਦੇ ਅਧੀਨ ਪਰਗਣਾ ਕੀ ਸੀ? ਤਾਂ ਪਰਗਣਾ ਜਿਹੜੀ ਸੀ ਇੱਕ ਪ੍ਰਸ਼ਾਸਨਿਕ ਇਕਾਈ ਸੀਗੀ। ਇਹਨੇ ਆਪਣੇ ਸਾਮਰਾਜ ਨੂੰ ਬਹੁਤ ਸਾਰੇ ਪਰਗਣਿਆਂ ਦੇ ਵਿੱਚ ਜਿਹੜਾ ਸੀ ਉਹ ਵੰਡਿਆ ਹੋਇਆ ਸੀਗਾ। ਸ਼ੇਰ ਸ਼ਾਹ ਸੂਰੀ ਇੱਕ ਭਾਰਤ ਦੇ ਸਭ ਤੋਂ ਸਫਲ ਜਿੰਨੇ ਵੀ ਸ਼ਾਸਕ ਹੋਏ ਨੇ ਉਹਨਾਂ ਦੇ ਵਿੱਚੋਂ ਮੰਨਿਆ ਜਾਂਦਾ ਹੈਗਾ। ਤਾਂ ਇਹਨੇ ਪ੍ਰਸ਼ਾਸਨਿਕ ਇਕਾਈ ਦੇ ਤੌਰ ਤੇ ਇੱਕ ਪਰਗਣਾ ਦੀ ਸਥਾਪਨਾ ਜਿਹੜੀ ਸੀ ਕੀਤੀ ਸੀਗੀ। ਇਬਨ ਬਤੂਤਾ 21 ਨੰਬਰ ਕੁਐਸਚਨ ਦੇਖ ਲੈਣੇ। ਇਬਨ ਬਤੂਤਾ ਕਿਸ ਦੇ ਦਰਬਾਰ ਦੇ ਵਿੱਚ ਰਹਿੰਦਾ ਸੀਗਾ ਤੇ ਕਿੱਥੋਂ ਦਾ ਯਾਤਰੀ ਸੀ? ਕਈ ਵਾਰ ਕੁਐਸਚਨ ਪੁੱਛਿਆ ਗਿਆ। ਤਾਂ ਅਫਰੀਕਾ ਦਾ ਇੱਕ ਦੇਸ਼ ਹੈ ਮੋਰੱਕੋ ਤੋਂ ਆਇਆ ਸੀ ਇਹ। ਤਾਂ ਕਿਹਦੇ ਦਰਬਾਰ ਦੇ ਵਿੱਚ ਆ ਕੇ ਰਿਹਾ ਸੀਗਾ ਇਹ ਮੁਹੰਮਦ ਬਿਨ ਤੁਗਲਕ ਦੇ ਦਰਬਾਰ ਦੇ ਵਿੱਚ ਆ ਕੇ ਰਿਹਾ ਸੀ। ਇਬਨ ਬਤੂਤਾ ਨੂੰ ਬਾਅਦ ਦੇ ਵਿੱਚ ਇਬਨ ਬਤੂਤਾ ਨੇ ਦਿੱਲੀ ਦਾ ਕਾਜੀ ਵੀ ਅਪਾਇੰਟ ਕੀਤਾ ਸੀਗਾ। ਤਾਂ ਆਨਸਰ ਆ ਜੂ ਇਬਨ ਬਤੂਤਾ ਦਾ ਮੁਹੰਮਦ ਬਿਨ ਤੁਗਲਕ। ਕਈ ਵਾਰ ਪੁੱਛ ਲਿਆ ਜਾਂਦਾ ਵੀ ਇਹ ਕਿੱਥੋਂ ਆਇਆ ਸੀਗਾ, ਕਿੱਥੋਂ ਦਾ ਨਿਵਾਸੀ ਸੀ? ਤਾਂ ਅਫਰੀਕਾ ਦਾ ਵੀ ਹੈ। ਅਫਰੀਕਾ ਦਾ ਕੰਟੀਨੈਂਟ ਹੈ। ਤਾਂ ਅਫਰੀਕਾ ਦੇ ਵਿੱਚ ਇੱਕ ਮੋਰੱਕੋ ਨਾਮ ਦਾ ਇੱਕ ਦੇਸ਼ ਹੈ, ਤਾਂ ਉੱਥੋਂ ਇਹ ਇਹਦੇ ਦਰਬਾਰ ਦੇ ਵਿੱਚ ਆਇਆ ਸੀ। 22 ਨੰਬਰ ਕੁਐਸਚਨ ਦੇਖ ਲੈਂਦੇ ਆ। ਅਬੁਲ ਫਜ਼ਲ ਕਿਸ ਦੇ ਦਰਬਾਰ ਦੇ ਵਿੱਚ ਸੀ? ਤਾਂ ਅਬੁਲ ਫਜ਼ਲ ਦਾ ਕੁਐਸਚਨ ਪੁੱਛਿਆ ਗਿਆ ਕਈ ਵਾਰ। ਤੁਹਾਨੂੰ ਪਤਾ ਵੀ ਇਹਨੇ ਆਈਨ ਅਕਬਰੀ ਦੀ ਰਚਨਾ ਕੀਤੀ ਸੀ, ਤਾਂ ਅਕਬਰ ਦੇ ਦਰਬਾਰ ਦੇ ਵਿੱਚ ਇਹ ਸੀਗਾ। 9 ਰਤਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅਬੁਲ ਫਜ਼ਲ। ਔਰੰਗਜ਼ੇਬ ਮਰਿਆ ਸੀ 23 ਨੰਬਰ ਕੁਐਸਚਨ ਦੇ ਵਿੱਚ। ਔਰੰਗਜ਼ੇਬ ਕਦੋਂ ਮਰਿਆ ਸੀਗਾ? ਤਾਂ ਤੁਹਾਨੂੰ ਪਤਾ ਹੈ ਜੀ ਇਹ 1707 ਦੇ ਵਿੱਚ ਮਰਿਆ ਸੀ। ਪਹਿਲਾਂ ਵੀ ਕੁਐਸਚਨ ਕਰ ਚੁੱਕੇ ਆਪਾਂ, ਬੜਾ ਸਿੰਪਲ ਜਿਹਾ ਕੁਐਸਚਨ ਸੀਗਾ। 24 ਨੰਬਰ ਕੁਐਸਚਨ ਦੇਖ ਲੈ। ਹੈਦਰ ਅਲੀ ਨੇ ਕਿਸ ਖੇਤਰ ਦੇ ਵਿੱਚ ਪ੍ਰਭੂਤਾ ਕਾਇਮ ਕੀਤੀ ਸੀ? ਮਤਲਬ ਉਹਦਾ ਜਿਹੜਾ ਸ਼ਾਸਨ ਸੀਗਾ ਉਹ ਕਿਹੜੇ ਖੇਤਰ ਦੇ ਵਿੱਚ ਕਾਇਮ ਕੀਤਾ ਸੀ ਉਹਨੇ ਆਪਣਾ? ਤੁਹਾਨੂੰ ਪਤਾ ਹੈ ਜੀ ਇਹ ਕਿਆ ਹੋਊਗਾ ਜੀ ਮੈਸੂਰ। ਠੀਕ ਹੈ, ਤਾਂ ਮੈਸੂਰ ਦੇ ਨਾਲ ਉਹ ਸੰਬੰਧਿਤ ਸੀਗਾ, ਜਿਹਨੂੰ ਅੱਜ ਕੱਲ੍ਹ ਕਾਸੀ ਕਰਨਾਟਕ ਦੇ ਨਾਮ ਨਾਲ ਜਾਣਦੇ ਆ। ਬਾਅਦ ਦੇ ਵਿੱਚ ਇਹਦਾ ਜਿਹੜਾ ਪੁੱਤਰ ਸੀ ਟੀਪੂ ਸੁਲਤਾਨ, ਉਹ ਸੁਲਤਾਨ ਬਣਿਆ ਸੀ। ਵਾਸਕੋ ਡੀ ਗਾਮਾ ਕਾਲੀਕਟ ਪਹੁੰਚਿਆ ਸੀਗਾ। ਇਹ ਵੀ ਕੁਐਸਚਨ ਦੇਖੋ ਰਿਪੀਟਡ ਕੁਐਸਚਨ, ਮਤਲਬ ਬਹੁਤ ਜ਼ਿਆਦਾ ਰਿਪੀਟਡ। ਤਾਂ ਤੁਹਾਨੂੰ ਇਹ ਨੈਕਸਟ ਐਗਜ਼ਾਮ ਜਿੰਨੇ ਵੀ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ, ਜਿਹੜੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਤਾਂ ਤੁਸੀਂ ਜ਼ਰੂਰ ਤੋਂ ਜ਼ਰੂਰ ਜਿਹੜੇ ਪੁਰਾਣੇ ਕੁਐਸਚਨ ਨੇ ਉਹ ਜ਼ਰੂਰ ਦੇਖ ਕੇ ਜਾਇਆ ਕਰੋ। ਤਾਂ ਵਾਸਕੋ ਡੀ ਗਾਮਾ ਜਿਹੜਾ ਸੀ ਕਾਲੀਕਟ ਕਦੋਂ ਪਹੁੰਚਿਆ ਸੀ? ਤਾਂ ਇਹਦਾ ਆਨਸਰ ਆ ਜਾਊਗਾ ਜੀ 1498 ਦੇ ਵਿੱਚ ਉਹ ਕਾਲੀਕਟ ਪਹੁੰਚਿਆ ਸੀ। ਪੁਰਤਗਾਲ ਦਾ ਯਾਤਰੀ ਸੀ ਇਹ ਵਾਸਕੋ ਡੀ ਗਾਮਾ। ਪਲਾਸੀ ਦੇ ਯੁੱਧ ਦੇ ਨਾਲ ਕੌਣ ਸੰਬੰਧਿਤ ਨਹੀਂ ਸੀਗਾ? ਠੀਕ ਹੈ, ਤਾਂ ਹੁਣ ਜੇ ਤੁਹਾਨੂੰ ਨਹੀਂ ਵੀ ਮੰਨ ਲਓ ਪਤਾ ਹੈਗਾ, ਤਾਂ ਤੁਹਾਨੂੰ ਪਤਾ ਜਿਹੜਾ ਹੈਦਰ ਅਲੀ ਸੀਗਾ ਇਹ ਮੈਸੂਰ ਦੇ ਨਾਲ ਸੰਬੰਧਿਤ ਹੈ ਜਾਂ ਕਰਨਾਟਕ ਦੇ ਨਾਲ ਸੰਬੰਧਿਤ ਸੀਗਾ। ਤਾਂ ਇਹਦੇ ਵਿੱਚ ਮੀਰ ਜਾਫਰ ਵੀ ਹੈਗਾ, ਮੋਹਨ ਲਾਲ ਵੀ ਹੈਗਾ, ਮੀਰ ਮਦਨ ਵੀ ਹੈਗਾ। ਇਹਦੇ ਵਿੱਚ ਹੈਦਰ ਅਲੀ ਇਹਦੇ ਨਾਲ ਸੰਬੰਧਿਤ
नहीं सी, क्योंकि ਇਹਦਾ ਬੰਗਾਲ ਦੇ ਨਾਲ ਸੰਬੰਧ ਨਹੀਂ ਸੀ, ਇਹਦਾ ਸੰਬੰਧ ਸੀਗਾ ਕਿਹਦੇ ਨਾਲ, ਇਹਦਾ ਸੰਬੰਧ ਸੀਗਾ ਮੈਸੂਰ ਦੇ ਨਾਲ। ਕਿਸ ਖੇਤਰ ਨੇ ਪ੍ਰਸ਼ਾਸਨ ਦੀ ਦੋਹਰੀ ਪ੍ਰਣਾਲੀ ਦਾ ਅਨੁਭਵ ਕੀਤਾ ਸੀ? ਡਾਇਰਚੀ ਸਿਸਟਮ ਬੋਲਦੇ ਹਨ ਅਸੀਂ, ਠੀਕ ਹੈ। ਦੋਹਰੀ ਪ੍ਰਣਾਲੀ ਸਭ ਤੋਂ ਪਹਿਲਾਂ ਕਿੱਥੇ ਲਾਗੂ ਕੀਤੀ ਗਈ ਸੀ? ਤੁਹਾਨੂੰ ਪਤਾ ਵੀ ਇਹ ਲਾਗੂ ਕੀਤੀ ਗਈ ਸੀ ਜੀ ਬਕਸਰ ਦੇ ਯੁੱਧ ਤੋਂ ਬਾਅਦ ਬੰਗਾਲ ਦੇ ਵਿੱਚ ਲਾਗੂ ਕੀਤੀ ਗਈ ਸੀ, ਤੇ 1772 ਦੇ ਵਿੱਚ ਵਾਰਨ ਹੈਸਟਿੰਗਸ ਤੋਂ ਬਾਅਦ ਇਹਨੂੰ ਹਟਾ ਦਿੱਤਾ ਗਿਆ ਸੀਗਾ। 28 ਨੰਬਰ ਕੁਐਸਚਨ, ਰਿਪੀਟਡ ਕੁਐਸਚਨ ਦੇਖੋ, ਸਾਰੇ ਦੇ ਸਾਰੇ ਰਿਪੀਟਡ ਕੁਐਸਚਨ ਆਏ ਹੋਏ ਨੇ। ਸਥਾਈ ਬੰਦੋਬਸਤ ਜਿਹੜਾ ਸੀ ਕਦੋਂ ਕੀਤਾ ਗਿਆ ਸੀਗਾ? ਪਰਮਾਨੈਂਟ ਸੈਟਲਮੈਂਟ ਕਦੋਂ ਕੀਤਾ ਗਿਆ ਸੀ? ਤਾਂ ਤੁਹਾਨੂੰ ਪਤਾ ਇਹ 1793 ਦੇ ਵਿੱਚ ਕੀਤਾ ਗਿਆ ਸੀਗਾ। ਪਹਿਲਾਂ ਲਾਰਡ ਕਾਰਨਵਾਲਿਸ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਸੀਗਾ, ਤਾਂ ਉਹਦੇ ਕਾਲ ਦੇ ਵਿੱਚ ਸਥਾਈ ਬੰਦੋਬਸਤ ਜਿਹੜਾ ਸੀ ਉਹ ਕੀਤਾ ਗਿਆ ਸੀ। ਮੰਗਲ ਪਾਂਡੇ, ਇਹਦਾ ਸੰਬੰਧ ਜਦੋਂ ਜਿਹਨੂੰ ਅਸੀਂ ਮੰਨਦੇ ਹਾਂ ਸੁਤੰਤਰਤਾ ਸੰਗਰਾਮ ਪਹਿਲਾਂ ਮੰਨਿਆ ਜਾਂਦਾ 1857 ਦੀ ਲੜਾਈ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਜਿਹੜੀ ਕ੍ਰਾਂਤੀ ਹੋਈ ਸੀ ਤਾਂ ਕਿੱਥੇ ਕੀਤੀ ਗਈ ਸੀ? ਉਹ ਬੈਰਕਪੁਰ ਛਾਵਨੀ ਦੇ ਵਿੱਚ ਹੋਈ। ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੀ ਮਤਲਬ ਕੁਝ ਗਿਣੇ ਚੁਣੇ ਸਥਾਨਾਂ ਦੇ ਉੱਪਰ ਜਿਹੜੀ ਸੀ ਜਿਹੜੀ ਬਗਾਵਤ ਸੀ ਜਾਂ ਵਿਦਰੋਹ ਸੀ ਜਿਹੜਾ ਫੈਲਿਆ ਸੀਗਾ। ਤਾਂ ਸਭ ਤੋਂ ਪਹਿਲਾਂ ਦੀ ਸ਼ੁਰੂਆਤ ਕਿੱਥੋਂ ਮੰਨੀ ਜਾਂਦੀ? ਬੈਰਕਪੁਰ ਛਾਵਨੀ ਤੋਂ ਮੰਨੀ ਜਾਂਦੀ, ਜਿੱਥੇ ਮੰਗਲ ਪਾਂਡੇ ਨੇ ਸਭ ਤੋਂ ਪਹਿਲਾਂ ਕ੍ਰਾਂਤੀ ਕੀਤੀ ਸੀਗੀ। ਤੇ ਬੇਸਿਕ ਕਾਰਨ ਇਹਦਾ ਮੰਨਿਆ ਜਾਂਦਾ ਵੀ ਇਹ ਬ੍ਰਾਹਮਣ ਧਰਮ ਨੂੰ ਬਿਲੋਂਗ ਕਰਦਾ ਸੀ, ਤੇ ਇਹਨੇ ਬਾਅਦ ਦੇ ਵਿੱਚ ਜਿਹੜੇ ਚਰਬੀ ਵਾਲੇ ਕਾਰਤੂਸ ਸੀ ਉਹਨੂੰ ਚਲਾਉਣ ਤੋਂ ਇਨਕਾਰ ਕਰਤਾ ਸੀ। ਬਾਅਦ ਦੇ ਵਿੱਚ ਵਿਰੋਧ ਕਰਨ ਤੇ ਫਿਰ ਉਹਨੇ ਜਿਹੜਾ ਸੀ ਉਹ ਆਪਣੇ ਜਿਹੜੇ ਸੈਨਿਕ ਸੀ, ਜਿਹੜੇ ਅਫਸਰ ਸੀ, ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰਤੀ ਸੀ। ਤਾਂ ਬੈਰਕਪੁਰ ਛਾਵਨੀ ਤੋਂ ਸ਼ੁਰੂਆਤ ਹੋਈ ਹੈ। ਇਸ ਤੋਂ ਬਾਅਦ ਫਿਰ ਮੇਰਠ ਤੋਂ ਸ਼ੁਰੂਆਤ ਹੁੰਦੀ ਹੈ। ਦੇਖੋ ਅਗਲਾ ਕੁਐਸਚਨ ਮੇਰਠ ਦਾ ਹੀ ਹੈ। ਮੇਰਠ ਦੀ ਬਗਾਵਤ ਕਦੋਂ ਆਰੰਭ ਹੋਈ ਸੀ? ਤਾਂ ਇਹ ਵੀ ਕੁਐਸਚਨ ਬਣਿਆ ਹੋਇਆ ਪਹਿਲਾਂ। ਤਾਂ ਮੇਰਠ ਦੀ ਜਿਹੜੀ ਬਗਾਵਤ ਹੋਈ ਸੀ 10 ਮਈ 1857 ਤੋਂ ਸ਼ੁਰੂ ਹੋਈ ਸੀ। ਤਾਂ ਆਨਸਰ ਆ ਜਾਊਗਾ 10 ਮਈ 1857 ਦਾ। 31 ਨੰਬਰ ਕੁਐਸਚਨ ਹੈ, ਲਾਰਡ ਹੈਨਰੀ ਲਾਰੈਂਸ ਜਿਹੜਾ ਸੀ ਇਹ ਸਰਕਾਰੀ ਰਿਹਾਇਸ਼ ਦੇ ਵਿੱਚ ਮਾਰਿਆ ਗਿਆ ਸੀਗਾ 1857 ਤੋਂ ਬਾਅਦ, ਜਦੋਂ ਵਿਦਰੋਹੀਆਂ ਨੇ ਲਖਨਊ ਦੇ ਵਿੱਚ ਘੇਰਾ ਪਾ ਲਿਆ ਸੀਗਾ। ਤਾਂ ਉਹਨਾਂ ਦੇ ਵਿੱਚ ਹੈਨਰੀ ਲਾਰੈਂਸ ਵੀ ਸੀਗਾ। ਦੋ ਭਰਾ ਸੀਗੇ, ਬੜੇ ਕਨਫਿਊਜ਼ਨ ਕਰਦੇ ਨੇ ਇਹ ਦੋਨੇ ਭਰਾ, ਜੌਨ ਲਾਰੈਂਸ ਤੇ ਹੈਨਰੀ ਲਾਰੈਂਸ। ਤਾਂ ਇਹ ਸਰਕਾਰੀ ਰਿਹਾਇਸ਼ 'ਚ ਮਾਰਿਆ ਗਿਆ ਸੀਗਾ। ਤਾਂ ਇਹ ਕਿੱਥੇ ਸੀ ਜੀ? ਇਹ ਰਿਹਾਇਸ਼ ਸੀ, ਇਹ ਲਖਨਊ ਰਿਹਾਇਸ਼ ਸੀ, ਠੀਕ ਹੈ। ਆਨਸਰ ਆ ਜੀ ਲਖਨਊ। 32 ਨੰਬਰ ਕੁਐਸਚਨ ਦੇਖ ਲੈਂਦੇ, ਕਲਕੱਤਾ, ਬੰਬਈ ਤੇ ਮਦਰਾਸ ਯੂਨੀਵਰਸਿਟੀਆਂ ਇਸ ਸਾਲ ਸਥਾਪਿਤ ਹੋਈਆਂ ਸੀ। ਇਹ ਵੀ ਕੁਐਸਚਨ ਬਣਿਆ ਹੋਇਆ ਪਹਿਲਾਂ ਐਗਜ਼ਾਮ ਦੇ ਵਿੱਚ। ਤਾਂ ਇਹ ਆਨਸਰ ਆ ਜਾਊਗਾ ਜੀ ਸਾਡਾ 1857। ਜਿਸ ਨੂੰ ਪੁੱਛਦਾ ਪਹਿਲੀ ਯੂਨੀਵਰਸਿਟੀ ਕਿਹੜੀ ਸਟੈਬਲਿਸ਼ ਹੋਈ ਹੈ ਤਾਂ ਉਹ ਕਲਕੱਤਾ ਚ। ਇਸ ਤੋਂ ਬਾਅਦ ਫਿਰ ਬੰਬਈ ਤੇ ਮਦਰਾਸ ਯੂਨੀਵਰਸਿਟੀਆਂ ਬਣੀਆਂ ਸੀਗੀਆਂ, ਪਰ ਜਿਸ ਨੂੰ ਤਿੰਨੇ ਪੁੱਛਦਾ ਤਾਂ ਤਿੰਨੇ ਯੂਨੀਵਰਸਿਟੀਆਂ 1857 ਦੇ ਵਿੱਚ ਹੀ ਭਾਰਤ ਦੇ ਵਿੱਚ ਸਟੈਬਲਿਸ਼ ਹੋਈਆਂ ਸੀਗੀਆਂ। ਕਾਂਗਰਸ ਦਾ ਪਹਿਲਾ ਸੰਮੇਲਨ ਕਿੱਥੇ ਹੋਇਆ? ਇਹ ਵੀ ਕੁਐਸਚਨ ਆ ਚੁੱਕਿਆ ਪਹਿਲਾਂ, ਠੀਕ ਹੈ। ਤਾਂ ਤੁਹਾਨੂੰ ਪਤਾ ਵੀ ਕਾਂਗਰਸ ਦੀ ਸਥਾਪਨਾ ਹੋਈ ਹੈ 1885 ਦੇ ਵਿੱਚ ਹੋਈ ਹੈ, ਤਾਂ ਇਹਦਾ ਪਹਿਲਾ ਸੈਸ਼ਨ ਵੀ 1885 ਦੇ ਵਿੱਚ ਬੁਲਾਇਆ ਗਿਆ ਸੀ। ਤਾਂ ਕਿਹੜੇ ਸ਼ਹਿਰ 'ਚ ਬੁਲਾਇਆ ਗਿਆ ਸੀਗਾ? ਉਹ ਬੁਲਾਇਆ ਗਿਆ ਸੀ ਬੰਬਈ ਦੇ ਵਿੱਚ। 72 ਜਿਹੜੇ ਪਾਰਟਿਸਪੈਂਟ ਸੀ ਇਹਦੇ ਵਿੱਚ, ਉਹਨਾਂ ਨੇ ਇਹਦੇ ਵਿੱਚ ਭਾਗ ਲਿਆ ਸੀਗਾ। ਤਾਂ ਬੰਬਈ ਦੇ ਵਿੱਚ 1885 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੰਮੇਲਨ ਜਿਹੜਾ ਸੀ ਉਹ ਹੋਇਆ ਸੀਗਾ। 34 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਭਾਰਤੀ ਰਾਸ਼ਟਰੀ ਕਾਂਗਰਸ ਦਾ ਤੀਸਰਾ ਸੰਮੇਲਨ। ਤਾਂ ਘੱਟੋ ਘੱਟ ਜਿਹੜੇ ਇੰਪੋਰਟੈਂਟ ਸੰਮੇਲਨ ਨੇ ਕਾਂਗਰਸ ਦੇ, ਤੁਹਾਨੂੰ ਉਹ ਪਤਾ ਹੋਣੇ ਚਾਹੀਦੇ ਨੇ ਵੀ ਕਿੱਥੇ ਕਿਹੜਾ ਮਤਾ ਪਾਸ ਹੋਇਆ ਸੀ। ਭਾਰਤ ਛੱਡੋ ਅੰਦੋਲਨ ਦਾ ਮਤਾ ਕਿੱਥੋਂ ਪਾਸ ਹੋਇਆਗਾ, ਜਾਂ ਗਾਂਧੀ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨਗੀ ਕਿਹੜੇ ਸੈਸ਼ਨ ਦੇ ਵਿੱਚ ਕੀਤੀ ਸੀ, ਜਾਂ ਪਹਿਲੀ ਇਸਤਰੀ ਜਿਹੜੀ ਸੀ, ਜਾਂ ਭਾਰਤ ਛੱਡੋ ਅੰਦੋਲਨ ਦਾ ਮਤਾ, ਜਾਂ ਪਹਿਲਾ ਪੂਰਨ ਸਵਰਾਜ ਦਾ ਮਤਾ ਕਿੱਥੇ ਪਾਸ ਕੀਤਾ ਗਿਆ ਸੀ। ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਸੰਮੇਲਨ ਹੋਏ ਨੇ ਕਾਂਗਰਸ ਦੇ, ਜਿਹਦੇ ਵਿੱਚ ਅਲੱਗ-ਅਲੱਗ ਮਤੇ ਪਾਸ ਕੀਤੇ ਗਏ ਸੀ। ਤਾਂ ਇਹਨਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈਗਾ। ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਤੀਸਰਾ ਸੰਮੇਲਨ ਹੋਇਆ ਸੀ 85, 86, 87 ਦੇ ਵਿੱਚ ਹੋਇਆ ਸੀ ਇਹ। ਤਾਂ ਇਹ ਹੋਇਆ ਸੀ ਮਦਰਾਸ ਦੇ ਵਿੱਚ। ਤਾਂ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ। ਮੈਂ ਤੁਹਾਨੂੰ ਇੱਕ ਜਦੋਂ ਆਪਾਂ ਕਲਾਸ ਕੰਟੀਨਿਊ ਕਰਾਂਗੇ, ਟੌਪਿਕ ਵਾਈਜ਼ ਚੈਪਟਰ ਵਾਈਜ਼ ਕਰਾਂਗੇ ਕਲਾਸ ਆਪਾਂ, ਤਾਂ ਉਹਦੀ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੂਗਾ ਜਿਹਦੇ ਵਿੱਚ ਅਸੀਂ ਘੱਟੋ ਘੱਟ ਜਿਹੜੇ ਸਟਾਰਟਿੰਗ ਵਾਲੇ ਵੇਲੇ 8 ਨੇਗੇ ਉਹਨੂੰ ਅਸੀਂ ਯਾਦ ਕਰ ਸਕਦੇ ਹਾਂ। 35 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਭਾਰਤੀ ਰਾਸ਼ਟਰੀ ਕਾਂਗਰਸ ਦੇ ਨਰਮ ਖਿਆਲੀ, ਠੀਕ ਹੈ। ਨਰਮ ਦਲ ਤੇ ਗਰਮ ਦਲ ਦੋ ਭਾਗਾਂ ਦੇ ਵਿੱਚ ਵੰਡੀ ਗਈ ਸੀ ਕਾਂਗਰਸ ਜਿਹੜੀ ਸੀ। ਤਾਂ ਇਹਦੇ ਵਿੱਚੋਂ ਜਿਹੜੇ ਤਿਲਕ ਸੀ ਇਹ ਵੀ ਗਰਮ ਖਿਆਲ ਦੇ ਸੀ, ਅਰਵਿੰਦ ਘੋਸ਼ ਵੀ ਸੀਗੇ ਗਰਮ ਖਿਆਲ ਦੇ, ਤੇ ਜਿਹੜੇ ਬਿਪਨ ਚੰਦਰ ਪਾਲ ਸੀ ਇਹ ਵੀ ਗਰਮ ਖਿਆਲ ਦੇ ਸੀਗੇ। ਇਹਦੇ ਵਿੱਚੋਂ ਦਾਦਾ ਭਾਈ ਜਿਹੜੇ ਸੀ, ਦਾਦਾ ਭਾਈ ਇੱਥੇ, ਤਾਂ ਇਹਦਾ ਆਨਸਰ ਆ ਜੂ ਜੀ ਦਾਦਾ ਭਾਈ ਨਰੋਜੀ। ਇਹ ਥੋੜੇ ਜਿਹੇ ਨਰਮ ਖਿਆਲ ਦੇ ਜਿਹੜੇ ਨੇਤਾ ਸੀ ਉਹ ਮੰਨੇ ਜਾਂਦੇ ਸੀ ਕਾਂਗਰਸ ਦੇ। ਦੋ ਗਰੁੱਪਾਂ ਦੇ ਵਿੱਚ ਵੰਡੀ ਗਈ ਸੀ ਕਾਂਗਰਸ। 35 ਦਾ ਆ ਜਾਊਗਾ ਜੀ 4th ਆਨਸਰ। ਗਦਰ ਪਾਰਟੀ ਦੇ ਨੇਤਾ ਦੀ ਵੀ ਕੁਐਸਚਨ ਆ ਚੁੱਕਿਆ ਹੈਗਾ। ਗਦਰ ਪਾਰਟੀ ਦੇ ਨੇਤਾ ਦੀ ਪਛਾਣ ਕਰਨੀ ਅਸੀਂ, ਤਾਂ ਤੁਹਾਨੂੰ ਪਤਾ ਹੀ ਇਹਦੇ ਵਿੱਚੋਂ ਰਵਿੰਦਰਨਾਥ ਟੈਗੋਰ, ਲਾਲਾ ਲਾਜਪਤ ਰਾਏ ਤੇ ਹਜ਼ਰਤ ਮਸਾਨੀ ਵੈਸੇ ਮਸਾਨੀ ਛੱਡ ਦਈਏ ਤਾਂ ਇੱਥੇ ਕਰਤਾਰ ਸਿੰਘ ਸਰਾਭਾ ਆ ਜਾਊਗਾ। ਆਪਾਂ ਕੱਲ ਵੀ ਗੱਲ ਕੀਤੀ ਸੀ ਲਾਸਟ ਕਲਾਸ ਦੇ ਵਿੱਚ ਵੀ ਕਰਤਾਰ ਸਿੰਘ ਜਿਹੜੇ ਸਰਾਭਾ ਸੀਗੇ ਉਹ ਗਦਰ ਪਾਰਟੀ ਦੇ ਅਖਬਾਰ ਜਿਹੜਾ ਸੀਗਾ ਚਲਾਇਆ ਜਾਂਦਾ ਸੀ ਪੰਜਾਬੀ, ਉਹਦੇ ਸੰਪਾਦਕ ਵੀ ਸੀਗੇ। ਕਾਮਾਗਾਟਾ ਮਾਰੂ ਜਿਹੜਾ ਸੀਗਾ ਜਹਾਜ਼ ਸੀ ਇੱਕ। ਤਾਂ ਕਾਮਾਗਾਟਾ ਮਾਰੂ ਜਿਹੜਾ ਸੀ ਤੁਹਾਨੂੰ ਪਤਾ ਵੀ ਬਾਬਾ ਗੁਰਦਿੱਤ ਸਿੰਘ ਸੀਗੇ, ਇੱਕ ਠੇਕੇਦਾਰ ਸੀਗੇ, ਸਿੰਗਾਪੁਰ ਦੇ ਵਿੱਚ ਕੰਮ ਕਰਦੇ ਸੀ। ਤਾਂ ਉਹਨਾਂ ਨੇ ਇੱਕ ਜਹਾਜ਼ ਕਿਰਾਏ ਤੇ ਲਿਆ ਸੀਗਾ ਕਾਮਾਗਾਟਾ ਮਾਰੂ, ਉਹਨੂੰ ਫਿਰ ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜਹਾਜ਼ ਦਾ ਨਾਮ ਦਿੱਤਾ ਸੀਗਾ। ਤਾਂ ਕਿੱਥੋਂ ਦਾ ਜਹਾਜ਼ ਸੀ ਉਹ ਇੱਕ ਜਾਪਾਨੀ ਸਮੁੰਦਰੀ ਜਹਾਜ਼ ਸੀ। ਦਾ ਆਨਸਰ ਆ ਜੀ ਜਾਪਾਨੀ ਸਮੁੰਦਰੀ ਜਹਾਜ਼, ਕੈਨੇਡਾ ਲੈ ਕੇ ਗਏ ਸੀ ਬਾਅਦ ਦੇ ਵਿੱਚ ਉਹ, ਠੀਕ ਹੈ। ਕਾਮਾਗਾਟਾ ਮਾਰੂ। 38 ਨੰਬਰ ਕੁਐਸਚਨ ਦੇਖ ਲੈਂਦੇ, ਜਲਿਆਂਵਾਲੇ ਬਾਗ ਦੇ ਨਾਲ ਇਹਨਾਂ ਵਿੱਚੋਂ ਕਿਹੜਾ ਨਹੀਂ ਜੁੜਿਆ ਸੀ? ਤਾਂ ਜਨਰਲ ਡਾਇਰ ਦਾ ਵੀ ਸੰਬੰਧ ਹੈਗਾ ਸੀ। ਸੈਫੂਦੀਨ ਕਿਚਲੂ ਤੇ ਡਾਕਟਰ ਸਤਪਾਲ ਤਾਂ ਉਸ ਅੰਦੋਲਨ ਦੇ ਵਿੱਚ ਸ਼ਾਮਲ ਸੀ ਦੋਨੇ ਉਹ। ਸਰਦਾਰ ਅਜੀਤ ਸਿੰਘ ਜਿਹੜੇ ਕਿ
ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸੀ, ਉਹਨਾਂ ਦਾ ਸੰਬੰਧ ਇਸ ਜਲਿਆਂਵਾਲੇ ਬਾਗ ਦੇ ਨਾਲ ਨਹੀਂ ਸੀਗਾ। ਡਾਂਡੀ ਮਾਰਚ ਤੁਹਾਨੂੰ ਪਤਾ ਵੀ ਫੇਮਸ ਹੈਗਾ, ਕਾਫੀ ਫੇਮਸ ਹੈ ਡਾਂਡੀ ਮਾਰਚ, ਮਹਾਤਮਾ ਗਾਂਧੀ ਨੇ ਚਲਾਇਆ ਸੀ ਅੰਦੋਲਨ ਇਹ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਨਾ ਮਿਲਵਰਤਨ ਲਹਿਰ ਵੀ ਚੱਲੀ ਸੀਗੀ, ਤਾਂ ਇਹ ਨਮਕ ਸੱਤਿਆਗ੍ਰਹਿ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈਗਾ। ਡਾਂਡੀ ਨਾਂ ਦੇ ਸਥਾਨ ਤੋਂ ਇਹ ਸ਼ੁਰੂ ਹੋਇਆ ਸੀਗਾ ਜੀ। ਭਗਤ ਸਿੰਘ ਨੂੰ ਫਾਂਸੀ ਕਦੋਂ ਹੋਈ ਸੀ? 40 ਨੰਬਰ ਕੁਐਸਚਨ ਦੇਖ ਲੈਣੇ, ਭਗਤ ਸਿੰਘ ਦੀ ਫਾਂਸੀ, ਇਹ ਵੀ ਕੁਐਸਚਨ ਆ ਚੁੱਕਾ ਕਈ ਵਾਰ। ਤਾਂ 1931 ਦੇ ਵਿੱਚ 23 ਮਾਰਚ 1931 ਤੁਹਾਨੂੰ ਪਤਾ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਜਿਹੜੀ ਸੀ ਉਹ ਦਿੱਤੀ ਗਈ ਸੀਗੀ। 41 ਨੰਬਰ ਕੁਐਸਚਨ ਦੇਖ ਲੈਣੇ, 1942 ਦੇ ਵਿੱਚ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਤਾਂ ਤੁਹਾਨੂੰ ਪਤਾ ਵੀ 1942 ਦੇ ਵਿੱਚ 8 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਜਿਹੜਾ ਸੀ ਉਹ ਸ਼ੁਰੂ ਹੋਇਆ ਸੀਗਾ। ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਹੀ ਮਤਲਬ ਮਤਾ ਪਾਸ ਹੋਇਆ ਸੀ 8 ਅਗਸਤ ਨੂੰ, ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਹੀ ਜਿਹੜਾ ਸੀ ਭਾਰਤ ਛੱਡੋ ਅੰਦੋਲਨ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਸੀ। ਕਰੋ ਜਾਂ ਮਰੋ ਦਾ ਜਿਹੜਾ ਨਾਰਾ ਉਹਦੇ ਵਿੱਚ ਦਿੱਤਾ ਗਿਆ ਸੀਗਾ। ਤਾਂ ਮਹਾਤਮਾ ਗਾਂਧੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ? ਤਾਂ ਇਹਦਾ ਆਨਸਰ ਆਊਗਾ ਜੀ 9 ਅਗਸਤ ਨੂੰ ਸੁਬਾਹ ਹੀ ਗ੍ਰਿਫਤਾਰ ਜਿਹੜਾ ਸੀ ਮਹਾਤਮਾ ਗਾਂਧੀ ਨੂੰ ਕਰ ਲਿਆ ਗਿਆ ਸੀਗਾ। ਤਾਂ ਇਹਦਾ ਆਨਸਰ ਆਜੂਗਾ ਜੀ 9 ਅਗਸਤ 1942 ਨੂੰ। ਭਾਰਤ ਵਿੱਚ ਵਾਇਸਰਾਏ ਦੇ ਤੌਰ ਤੇ ਲਾਰਡ ਵੇਵਲ, ਠੀਕ ਹੈ, ਬਹੁਤ ਸਾਰੇ ਗਵਰਨਰ ਜਨਰਲ ਹੋਏ ਨੇ, ਇੰਪੋਰਟੈਂਟ ਗਵਰਨਰ ਜੋ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿਹੜੇ ਕਿਹੜੇ ਇੰਪੋਰਟੈਂਟ ਗਵਰਨਰ ਜਨਰਲ ਹੋਏ ਨੇ ਭਾਰਤ ਦੇ। ਤਾਂ ਉਹਦਾ ਲਾਰਡ ਵੇਵਲ ਦਾ ਜਿਹੜਾ ਉੱਤਰਾਧਿਕਾਰੀ ਸੀ ਕੌਣ ਸੀਗਾ? ਲਾਰਡ ਵੇਵਲ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਦਾ ਉੱਤਰਾਧਿਕਾਰੀ ਬਣਿਆਗਾ, ਮਤਲਬ ਅੰਗਰੇਜ਼ ਦਾ ਜਿਹੜਾ ਗਵਰਨਰ ਜਨਰਲ ਬਣਿਆ ਤਾਂ ਉਹ ਸੀਗਾ ਜੀ ਲਾਰਡ ਮਾਊਂਟਬੇਟਨ, ਜਿਹਨੂੰ ਅਸੀਂ ਪੂਰਾ ਨਾਮ ਇਹਦਾ ਲਾਰਡ ਲੂਇਸ ਮਾਊਂਟਬੇਟਨ ਦੇ ਨਾਮ ਨਾਲ ਵੀ ਜਾਣਦੇ ਹੁੰਦੇ। ਤਾਂ ਕਈ ਵਾਰੀ ਕੁਐਸਚਨ ਆ ਜਾਂਦੇ ਨੇ ਤੁਹਾਨੂੰ ਜਿਹੜੇ, ਕਿਉਂਕਿ ਤੁਸੀਂ ਮਿਲਾ ਕੇ ਦੇਖੋ ਪੇਪਰ ਨੂੰ ਵੀ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਨੇ, ਠੀਕ ਹੈ। ਤਾਂ ਇਹ ਤੁਹਾਨੂੰ ਸਮਝ ਆ ਜਾਊਗਾ ਵੀ ਕਿਹਨੂੰ ਕਿਹਨੂੰ ਜੋੜ ਕੇ ਕੁਐਸਚਨ ਨੂੰ ਪੁੱਛ ਰਿਹਾਗਾ, ਵੀ ਇਸ ਤੋਂ ਪਹਿਲਾਂ ਪੁੱਛ ਲਿਆ, ਲਾਰਡ ਵੇਵਲ ਦਾ ਪੁੱਛ ਰਿਹਾ, ਲਾਰਡ ਵੇਵਲ ਤੋਂ ਪਹਿਲਾਂ ਪੁੱਛ ਸਕਦਾ ਹੈ, ਜਾਂ ਲਾਰਡ ਵੇਵਲ ਤੋਂ 2-3 ਹੋਰ ਪਹਿਲਾਂ ਪੁੱਛ ਸਕਦਾ ਹੈਗਾ ਨਾ। ਤਾਂ ਇਹ ਸਾਰੇ ਕੁਐਸਚਨ ਨੂੰ ਪਤਾ ਹੋਣੇ ਚਾਹੀਦੇ ਨੇ। ਇਹ ਕੁਐਸਚਨ ਵੀ ਆਪਾਂ ਕਰ ਚੁੱਕੇ ਹਾਂ, ਲਾਸਟ ਕਲਾਸ ਦੇ ਵਿੱਚ ਕੀਤਾ ਸੀਗਾ। ਵੰਡ ਤੋਂ ਪਹਿਲਾਂ ਪੰਜਾਬ ਦਾ ਆਖਰੀ ਜਿਹੜਾ ਪ੍ਰਧਾਨ ਸੀਗਾ, ਪ੍ਰਧਾਨ ਮਤਲਬ ਜਿਹੜਾ ਸੀ ਪ੍ਰੀਮੀਅਰ ਜਿਹਨੂੰ ਅਸੀਂ ਬੋਲਦੇ ਹਾਂ, ਜਾਂ ਮੁੱਖ ਮੰਤਰੀ ਨੂੰ ਬੋਲਦੇ ਨੇ ਅਸੀਂ, ਤਾਂ ਇਹਦਾ ਆਨਸਰ ਆ ਜੀ ਖਿਜਰ ਹਯਾਤ ਖਾਨ। ਤਾਂ ਖਿਜਰ ਹਯਾਤ ਖਾਨ ਪੰਜਾਬ ਦੇ ਮੁੱਖ ਮੰਤਰੀ ਸੀਗੇ, ਕੰਬਾਈਨਡ ਜਿਹੜਾ ਪੰਜਾਬ ਸੀਗਾ ਤਾਂ ਉਹਦੇ ਮੁੱਖ ਮੰਤਰੀ ਸੀ ਆਖਰੀ ਖਿਜਰ ਹਯਾਤ ਖਾਨ। ਭਾਰਤੀ ਸੁਤੰਤਰਤਾ ਦੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀਗਾ? ਠੀਕ ਹੈ, ਜਦੋਂ ਇੰਡੀਆ ਆਜ਼ਾਦ ਹੋਇਆਗਾ ਤਾਂ ਉਸ ਸਮੇਂ ਕਲੇਮੈਂਟ ਏਟਲੀ ਸੀਗੇ ਉਸ ਸਮੇਂ ਪ੍ਰਧਾਨ ਮੰਤਰੀ। ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਭਾਰਤ ਨੂੰ ਕੀ ਕਰਾਂਗੇ, ਆਜ਼ਾਦ ਕਰਾਂਗੇ। ਤਾਂ ਇਹਨਾਂ ਨੇ ਆਪਣਾ ਵਾਅਦਾ ਨਿਭਾਇਆ। ਤਾਂ ਕਲੇਮੈਂਟ ਏਟਲੀ ਜਿਹੜੇ ਕਿ ਲੇਬਰ ਪਾਰਟੀ ਨੂੰ ਬਿਲੋਂਗ ਕਰਦੇ ਸੀ। ਤਾਂ ਆਨਸਰ ਆ ਜਾਊਗੀ 3rd ਆਨਸਰ। 45 ਨੰਬਰ ਕੁਐਸਚਨ ਦੇਖ ਲੈਣੇ, ਕਿਸ ਦੇਸ਼ ਨੂੰ ਪੁਨਰ ਜਾਗਰਤੀ ਦਾ ਰੈਨੇਸੈਂਸ ਦਾ ਘਰ ਮੰਨਿਆ ਜਾਂਦਾ ਹੈ? ਤਾਂ ਇਹਦੀ ਸ਼ੁਰੂਆਤ ਕੀਤੀ ਗਈ ਸੀ ਇਟਲੀ ਦੇ ਵਿੱਚ, ਠੀਕ ਹੈ। ਤਾਂ ਇਟਲੀ ਨੂੰ ਜਿਹੜਾ ਪੁਨਰ ਜਾਗਰਨ ਦਾ ਜਿਹੜਾ ਘਰ ਉਹ ਮੰਨਿਆ ਜਾਂਦਾ ਹੈ। ਮੋਨਾਲਿਜ਼ਾ ਬਾਰੇ ਕੁਐਸਚਨ ਕਈ ਵਾਰ ਬਣ ਚੁੱਕਿਆ। ਮੋਨਾਲਿਜ਼ਾ ਕਿਸ ਦੀ ਰਚਨਾ ਹੈ? ਤਾਂ ਤੁਹਾਨੂੰ ਪਤਾ ਹੀ ਕਾਫੀ ਫੇਮਸ ਰਚਨਾ, ਇੱਕ ਪੇਂਟਿੰਗ ਹੈਗੀ ਮੋਨਾਲਿਜ਼ਾ। ਤਾਂ ਇਹ ਲਿਓਨਾਰਡੋ ਦਾ ਵਿੰਚੀ ਇੱਕ ਬਹੁਤ ਸਾਰੀ ਕਲਾਵਾਂ ਦੇ ਵਿੱਚ ਸੰਪੰਨ ਸੀ ਬੰਦਾ ਇਹ, ਤਾਂ ਉਹਦੇ ਵਿੱਚ ਉਹ ਪੇਂਟਿੰਗ ਵੀ ਕਰਦਾ ਸੀ। ਤਾਂ ਉਹਨੇ ਇੱਕ ਲਿਓਨਾਰਡੋ ਦਾ ਵਿੰਚੀ ਨੇ ਮੋਨਾਲਿਜ਼ਾ ਨਾਮ ਦੀ ਇੱਕ ਰਚਨਾ ਜਿਹੜੀ ਸੀ ਉਹ ਕੀਤੀ ਸੀਗੀ। ਪੌਪ ਦੇ ਬਾਰੇ ਕੁਐਸਚਨ ਪੁੱਛਿਆ ਜਾ ਚੁੱਕਿਆ ਪਹਿਲਾਂ। ਪੌਪ ਦੀ ਸੀਟ ਕਿੱਥੇ ਹੈ? ਤਾਂ ਤੁਹਾਨੂੰ ਪਤਾ ਵੀ ਪੌਪ ਦੀ ਸੀਟ ਬੇਸਿਕਲ ਵੈਟੀਕਨ ਸਿਟੀ ਦੇ ਵਿੱਚ ਹੈ। ਵੈਟੀਕਨ ਸਿਟੀ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਮੰਨਿਆ ਜਾਂਦਾ ਹੈ ਖੇਤਰਫਲ ਦੇ ਪੱਖੋਂ। ਤਾਂ ਇਹ ਵੈਸੇ ਰੋਮ ਦੇ ਵਿੱਚ ਆਉਂਦਾ ਹੈ, ਠੀਕ ਹੈ। ਤਾਂ ਇਹਦਾ ਆਨਸਰ ਆ ਜਾਊਗਾ ਰੋਮ ਦੇ ਵਿੱਚ। ਮਾਰਟਿਨ ਲੂਥਰ ਕਿੰਗ, ਠੀਕ ਹੈ, ਰੈਨੇਸੈਂਸ ਤੋਂ ਬਾਅਦ ਪੁਨਰ ਜਾਗਰਨ ਜਦੋਂ ਹੋਇਆ ਸੀ ਤਾਂ ਉਸ ਦੇ ਵਿੱਚ ਮਾਰਟਿਨ ਲੂਥਰ ਕਿੰਗ ਨੇ ਵਿਰੋਧ ਕੀਤਾ ਸੀਗਾ, ਠੀਕ ਹੈ, ਕੈਥੋਲਿਕ ਮਤ ਦਾ ਵਿਰੋਧ ਕੀਤਾ ਸੀਗਾ। ਤਾਂ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਸੀਗਾ ਕੈਥੋਲਿਕ ਮਤ ਦੇ ਖਿਲਾਫ, ਪ੍ਰੋਟੈਸਟ ਕੀਤਾ ਸੀ, ਤਾਂ ਉਹ ਕੀ ਖਵਾਏ ਸੀਗੇ? ਪ੍ਰੋਟੈਸਟੈਂਟ, ਠੀਕ ਹੈ। ਤਾਂ ਪ੍ਰੋਟੈਸਟੈਂਟ ਮਤ ਦੇ ਨਾਲ ਬਿਲੋਂਗ ਕਰਦਾ ਸੀਗਾ ਇਹ। ਈਸਾਈਆਂ ਦਾ ਮਤ ਹੈ, ਇੱਕ ਕੈਥੋਲਿਕ ਹੈ, ਇੱਕ ਪ੍ਰੋਟੈਸਟੈਂਟ ਹੈ, ਠੀਕ ਹੈ। ਤਾਂ ਪ੍ਰੋਟੈਸਟੈਂਟ ਨਾਲ ਮਾਰਟਿਨ ਲੂਥਰ ਜਿਹੜਾ ਕਿੰਗ ਸੀਗਾ ਇਹ ਬਿਲੋਂਗ ਕਰਦਾ ਸੀਗਾ। 49 ਨੰਬਰ ਕੁਐਸਚਨ ਦੇਖ ਲੈਣੇ। ਇਹ ਕੁਐਸਚਨ ਆਪਾਂ ਵੀ ਪਹਿਲਾਂ ਕਰ ਚੁੱਕੇ ਹਾਂ। ਅਮਰੀਕੀ ਮਿਲਟਰੀ ਪਹਿਲੇ ਵਿਸ਼ਵ ਯੁੱਧ ਵਿੱਚ ਜਿਹੜੀ ਸੀ ਕਦੋਂ ਸ਼ਾਮਲ ਹੋਈ ਸੀ? ਤਾਂ ਤੁਹਾਨੂੰ ਪਹਿਲਾਂ ਵੀ ਕੀਤਾ ਹੀ ਗੱਲ ਇਹ। ਤਾਂ ਤੁਹਾਨੂੰ ਪਤਾ ਵੀ 1914 ਤੋਂ ਲੈ ਕੇ 1918 ਤੱਕ ਫਸਟ ਵਰਲਡ ਵਾਰ ਜਿਹੜਾ ਸੀ ਲੜਿਆ ਗਿਆ ਸੀਗਾ। ਤਾਂ ਮਿਲਟਰੀ ਜਿਹੜੀ ਸ਼ਾਮਲ ਹੋਈ ਸੀ USA ਦੀ, ਉਹ 1917 ਦੇ ਵਿੱਚ ਜਿਹੜੀ ਸ਼ਾਮਲ ਹੋਈ ਸੀ ਇਹ। 50 ਨੰਬਰ ਕੁਐਸਚਨ ਦੇ ਆਏ ਨੇ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਇਹ ਵੀ ਕਈ ਵਾਰ ਕੁਐਸਚਨ ਪੁੱਛਿਆ ਜਾ ਚੁੱਕਿਆ, ਪਹਿਲਾਂ ਵੀ ਮਾਸਟਰ ਕੇਡਰ ਦੇ ਦੌਰਾਨ ਹੀ ਪੁੱਛਿਆ ਜਾ ਚੁੱਕਿਆ ਕੁਐਸਚਨ ਇਹ। ਲੈਕਚਰਰ ਦਾ ਤੁਸੀਂ ਮਿਲਾ ਲਿਓ ਉਹਨੂੰ ਪੇਪਰ ਨੂੰ, ਠੀਕ ਹੈ ਜੀ। ਤਾਂ ਉਸੇ ਉਹਨਾਂ ਦੇ ਪੇਪਰਾਂ ਦੇ ਵਿੱਚ ਵੀ ਰਿਪੀਟ ਕਰਕੇ ਕੁਐਸਚਨ ਪੁੱਛ ਰਹੇ ਨੇਗੇ। ਤਾਂ FD ਰੂਜ਼ਵੈਲਟ ਦਾ ਆਨਸਰ ਆਊਗਾ 3rd ਨੰਬਰ ਆਊਗਾ। FD ਰੂਜ਼ਵੈਲਟ, ਫਰੈਂਕਲਿਨ ਡੀ ਰੂਜ਼ਵੈਲਟ, ਠੀਕ ਹੈ। ਤਾਂ ਇਹਦਾ ਆਨਸਰ ਆ ਜੀ 3rd ਆਨਸਰ। 51 ਨੰਬਰ ਕੁਐਸਚਨ ਦੇਖ ਲੈਣੇ। ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕਿਹੜੇ ਦੇਸ਼ ਨੂੰ ਹਾਰ ਦਾ ਸਾਹਮਣਾ ਸੀ ਉਹ ਕਰਨਾ ਪਿਆ ਸੀ? ਤਾਂ ਪਹਿਲੇ ਯੁੱਧ ਦੇ ਵਿੱਚ ਫਰਾਂਸ, ਰੂਸ, ਜਰਮਨੀ, ਸਪੇਨ। ਤਾਂ ਜਿਹੜੇ ਫਰਾਂਸ, ਰੂਸ ਤੇ ਸਪੇਨ ਸੀ ਇੱਕ ਗੁੱਟ ਦੇ ਵਿੱਚ ਸੀਗੇ, ਤੇ ਜਰਮਨੀ ਦੇ ਵਿੱਚੋਂ ਅਲੱਗ ਗੁੱਟ ਦੇ ਵੀ ਸੀਗਾ। ਤਾਂ ਜਰਮਨੀ ਨੂੰ ਜਿਹੜਾ ਸੀ ਉਹ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਸੀਗਾ। 2 ਨੰਬਰ ਕੁਐਸਚਨ ਦੇਖ ਲੈਣੇ। ਦੂਸਰੇ ਵਿਸ਼ਵ ਯੁੱਧ ਦੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਇਹਦਾ ਆਨਸਰ ਆ ਜਾਊਗਾ ਜੀ ਵਿੰਸਟਨ ਚਰਚਿਲ ਸੀਗਾ, ਠੀਕ ਹੈ। ਵਿੰਸਟਨ ਚਰਚਿਲ ਪਹਿਲਾਂ ਚੈਂਬਰਲੇਨ ਵੀ ਰਿਹਾ ਹੈਗਾ, ਠੀਕ ਹੈ, ਪਰ ਕੁਝ ਸਮਾਂ ਰਿਹਾ ਉਹ ਬਾਰ ਟਾਈਮ ਦਾ ਜਿਹੜਾ ਯੁੱਧ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਤਾਂ ਵਿੰਸਟਨ ਚਰਚਿਲ ਨੂੰ ਹੀ ਮੰਨਿਆ ਜਾਂਦਾ ਹੁੰਦਾ ਹੈ। 53 ਨੰਬਰ ਕੁਐਸਚਨ ਦੇਖ ਲੈਣੇ। ਦੂਸਰੇ ਵਿਸ਼ਵ ਯੁੱਧ ਦੇ ਨਾਜ਼ੁਕ ਪੜਾਅ ਦੇ ਸਮੇਂ
ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਨਾਜ਼ੁਕ ਪੜਾ ਜਿਹੜਾ ਆਇਆ ਸੀਗਾ ਇਹ 1940 ਤੋਂ ਲੈ ਕੇ 41 ਦੇ ਦੌਰਾਨ ਆਇਆ ਸੀ, ਜਦੋਂ ਇਹ ਲੱਗ ਰਿਹਾ ਸੀ ਇੰਗਲੈਂਡ ਹਾਰਨ ਦੀ ਪੋਜੀਸ਼ਨ ਦੇ ਵਿੱਚ ਜਾ ਸਕਦਾ ਹੈ। ਤਾਂ ਉਸ ਟਾਈਮ ਵੀ ਵਿੰਸਟਨ ਚਰਚਿਲ ਹੀ ਇਹਦਾ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਹੈਗਾ। 44 ਨੰਬਰ ਕੁਐਸਚਨ ਦੇਖ ਲੈਣੇ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਰਮਨੀ ਦਾ ਚਾਂਸਲਰ, ਠੀਕ ਹੈ, ਜਿਵੇਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਦੀ ਪੋਸਟ ਸਭ ਤੋਂ ਇੰਪੋਰਟੈਂਟ ਮੰਨੀ ਜਾਂਦੀ ਹੈ, ਤਾਂ ਉਸੇ ਤਰ੍ਹਾਂ ਜਰਮਨੀ ਦੇ ਵਿੱਚ ਚਾਂਸਲਰ ਦੀ ਪੋਸਟ ਵੀ ਕਾਫੀ ਇੰਪੋਰਟੈਂਟ ਮੰਨੀ ਜਾਂਦੀ ਹੈ। ਤਾਂ ਜਰਮਨੀ ਦਾ ਚਾਂਸਲਰ ਕੌਣ ਸੀ ਉਸ ਟਾਈਮ? ਤਾਂ ਵਹੀ ਏਡੋਲਫ ਹਿਟਲਰ ਦਾ ਨਾਮ ਹੈਗਾ, ਠੀਕ ਹੈ। ਇਹਦੀ ਕਾਫੀ ਫੇਮਸ ਬੁੱਕ ਵੀ ਹੈ ਮੈਨਕੀਫ, ਠੀਕ ਹੈ। ਤਾਂ ਉਹ ਹਿਟਲਰ ਆਊਗਾ ਆਂਸਰ ਇਹਦਾ, ਠੀਕ ਹੈ। 54 ਦਾ ਆਊਗਾ ਹਿਟਲਰ, ਅਡੋਲਫ ਹਿਟਲਰ। 55 ਨੰਬਰ ਕੁਐਸਚਨ ਦੇਖ ਲਿਆ। ਗ੍ਰੀਕ ਮਤਲਬ ਯੂਨਾਨੀਆਂ ਨੇ ਪੰਜਾਬ ਨੂੰ ਕਿਹੜਾ ਨਾਮ ਜਿਹੜਾ ਸੀ ਉਹ ਦਿੱਤਾ ਸੀ? ਕਾਫੀ ਵਾਰੀ ਕੁਐਸਚਨ ਰਿਪੀਟ ਹੋਇਆ ਹੈ। ਤਾਂ ਇਹਦਾ ਆਨਸਰ ਆਊ ਜੀ ਪੈਂਟੋਪਟਾਮੀਆ। ਤਾਂ ਪੈਂਟੋਪਟਾਮੀਆ ਨਾਮ ਦਿੱਤਾ ਗਿਆ ਸੀਗਾ। ਤੁਸੀਂ ਸਾਰੇ ਕਮੈਂਟ ਕਰਕੇ ਦੱਸਿਆ ਕਰੋ ਬਈ, ਠੀਕ ਹੈ। ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਾਰੇ ਲਾਈਕ ਤੁਹਾਡੇ ਚੋਂ ਬਹੁਤ ਘੱਟ ਕਰਦੇ ਨੇ। ਲਾਈਕ ਕਰੋ ਜੇ ਤੁਸੀਂ ਫਸਟ ਆਏ ਹੋ, ਪਹਿਲੀ ਵਾਰ ਆਏ ਹੋ ਸਾਡੇ ਚੈਨਲ ਦੇ ਉੱਪਰ, ਤਾਂ ਪਲੀਜ਼ ਵੀਡੀਓ ਨੂੰ ਤੁਸੀਂ ਦੇਖ ਕੇ ਇਹਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈਗਾ, ਕਮੈਂਟ ਕਰਕੇ ਵੀ ਦੱਸਣਾ ਹੈਗਾ ਕਿਸ ਤਰ੍ਹਾਂ ਦੀ ਵੀਡੀਓ ਲੱਗਦੀ ਤੁਹਾਨੂੰ ਇਹ। ਤਾਂ ਇਹਦਾ ਆਨਸਰ ਆਊ ਜੀ ਪੈਂਟੋਪਟਾਮੀਆ। ਪੰਜਾਬ ਸਥਿਤ ਹੈ, ਇਹਦੇ ਬਾਰੇ ਵੀ ਡਿਸਕਸ ਕੀਤਾ ਸੀ। ਪੰਜਾਬ ਸਥਿਤ ਹੈ ਕਿਹੜੀ ਨਦੀ ਬੇਸਨ ਦੇ ਵਿੱਚ ਹੈ? ਤਾਂ ਇਹਦਾ ਆਨਸਰ ਆਊਗਾ ਜੀ ਇੰਡਸ ਨਦੀ ਦੇ ਅੰਤਰ ਦੇ ਵਿੱਚ, ਇੰਡਸ ਬੇਸਨ ਦੇ ਵਿੱਚ ਇਹ ਪੰਜਾਬ ਜਿਹੜਾ ਸੀ ਸਾਡਾ ਸਥਿਤ ਹੈਗਾ। ਲਾਹੌਰ ਕਿਹੜੇ ਦਰਿਆ ਦੇ ਕੰਢੇ ਦੇ ਉੱਪਰ ਹੈ? ਤਾਂ ਲਾਹੌਰ ਤੁਹਾਨੂੰ ਪਤਾ ਹੈ ਵੀ ਇਹ ਕਿਹੜੇ ਦਰਿਆ ਦੇ ਕੰਢੇ ਦੇ ਉੱਪਰ ਹੈ। ਪਹਿਲਾਂ ਅੰਮ੍ਰਿਤਸਰ ਦਾ ਕੁਐਸਚਨ ਪੁੱਛਿਆ ਗਿਆ ਸੀ, ਹੁਣ ਇਹ ਲਾਹੌਰ ਦਾ ਕੁਐਸਚਨ ਪੁੱਛ ਰਿਹਾ। ਤਾਂ ਲਾਹੌਰ ਕਿਹੜੇ ਦਰਿਆ ਦੇ ਉੱਪਰ ਹੈ? ਤਾਂ ਇਹ ਵੀ ਰਾਵੀ ਦਰਿਆ ਦੇ ਉੱਪਰ ਹੈ। ਗੁਰੂ ਨਾਨਕ ਦੇਵ ਜੀ ਦਾ ਉੱਤਰਾਧਿਕਾਰੀ, ਹੈ ਪਹਿਲੇ ਗੁਰੂ ਸੀਗੇ ਗੁਰੂ ਨਾਨਕ ਦੇਵ ਜੀ, ਤਾਂ ਇਹਨਾਂ ਦੇ ਉੱਤਰਾਧਿਕਾਰੀ ਕੌਣ ਸੀਗੇ? ਤਾਂ ਇਹਨਾਂ ਦੇ ਉੱਤਰਾਧਿਕਾਰੀ ਸੀਗੇ ਗੁਰੂ ਅੰਗਦ ਦੇਵ ਜੀ। ਤਾਂ ਤੁਹਾਨੂੰ ਪਤਾ ਵੀ ਇਹ ਹੁਣ ਗੁਰੂਆਂ ਬਾਰੇ ਕੁਐਸਚਨ ਪੁੱਛਿਆ ਜਾ ਚੁੱਕਿਆ, ਤਾਂ ਗੁਰੂਆਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। 59 ਨੰਬਰ ਕੁਐਸਚਨ, ਅੰਮ੍ਰਿਤਸਰ ਦਾ ਪਹਿਲਾ ਨਾਮ ਦੱਸੋ? ਤਾਂ ਅੰਮ੍ਰਿਤਸਰ ਦਾ ਪਹਿਲਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਗੁਰੂ ਕਾ ਚੱਕ ਰਾਮਦਾਸ, ਰਾਮਦਾਸਪੁਰਾ, ਤਾਂ ਉਪਰੋਤਕ ਸਾਰੇ। ਤਾਂ ਆਨਸਰ ਜੀ ਉਪਰੋਤਕ ਸਾਰੇ, ਕਿਉਂਕਿ ਸਾਰੇ ਨਾਮ ਪਹਿਲਾਂ ਅੰਮ੍ਰਿਤਸਰ ਦੇ ਰਹੇ ਨੇ ਪੁਰਾਣੇ ਨਾਮ। ਇਸ ਤੋਂ ਬਾਅਦ ਫਿਰ ਇਹਦਾ ਨਾਮ ਅੱਜ ਕੱਲ੍ਹ ਹਰਮੰਦਰ ਸਾਹਿਬ ਦੇ ਜਿਹੜੇ ਆਲੇ ਦੁਆਲੇ ਦੋ ਸਾਗਰ ਨੇ, ਸਰੋਵਰ ਨੇਗੇ, ਉਹਨਾਂ ਦੇ ਨਾਮ ਦੇ ਉੱਪਰ ਹੀ ਇੱਕ ਸੰਤੋਖਸਰ ਹੈ ਤੇ ਇੱਕ ਅੰਮ੍ਰਿਤਸਰ ਹੈ। ਤਾਂ ਅੰਮ੍ਰਿਤਸਰ ਸਰੋਵਰ ਦੇ ਨਾਮ ਦੇ ਉੱਪਰ ਹੀ ਜਿਹੜਾ ਸੀ ਉਹ ਅੰਮ੍ਰਿਤਸਰ ਦਾ ਨਾਮ ਸੀ ਉਹ ਕੀਤਾ ਗਿਆ ਹੈਗਾ ਨਾਮਕਰਨ ਦਾ। 60 ਨੰਬਰ ਕੁਐਸਚਨ ਦੇਖਣੇ ਵੈਰੀ ਸਿੰਪਲ ਹੈ। ਗੁਰੂ ਗੋਬਿੰਦ ਸਿੰਘ ਦੇ ਜਨਮ ਦੇ ਨਾਲ ਕਿਹੜਾ ਸ਼ਹਿਰ ਸੰਬੰਧਿਤ ਹੈ ਵੀ ਕੁਐਸਚਨ ਬਣ ਚੁੱਕਿਆ ਹੈ। ਤਾਂ ਪਟਨਾ ਸਾਹਿਬ ਦਾ ਤੁਹਾਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਨਮ ਹੋਇਆ ਸੀ ਉਹ 1666 ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਹੋਇਆ ਸੀ। ਬਾਬਾ ਵਿਨੋਦ ਸਿੰਘ ਕੌਣ ਸੀਗੇ? ਬਾਬਾ ਵਿਨੋਦ ਸਿੰਘ ਤੁਹਾਨੂੰ ਪਤਾ ਵੀ ਇਹ ਕੌਣ ਸੀਗੇ? ਇਹ ਬੰਦਾ ਸਿੰਘ ਬਹਾਦਰ ਦਾ ਇੱਕ ਸਹਿਯੋਗੀ ਸੀਗਾ। ਗੁਰਦਾਸ ਨੰਗਲ ਦੇ ਵਿੱਚ ਇਹ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਨਿਕਲ ਗਏ ਸੀਗੇ, ਠੀਕ ਹੈ। ਤਾਂ ਇਹਨੂੰ ਮੰਨਿਆ ਜਾਂਦਾ ਹੈਗਾ ਬਾਬਾ ਵਿਨੋਦ ਸਿੰਘ ਨੂੰ ਕਿਹਦਾ? ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਸਹਿਯੋਗੀ। 62 ਨੰਬਰ, ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ ਸੀ? ਤੁਹਾਨੂੰ ਪਤਾ ਹੈ ਵੀ 1716 ਹੀ ਆਨਸਰ ਸਾਰੇ ਨੇ। ਤਾਂ ਇਹਨਾਂ ਨੂੰ ਸ਼ਹੀਦੀ ਜਿਹੜੀ ਹੋਈ ਸੀ ਜੀ 7 ਜੂਨ 1716 ਦੇ ਵਿੱਚ ਦਾ ਆਨਸਰ ਆਊਗਾ। ਤਾਂ ਇਹਦਾ 4th ਆ ਜਾਊਗਾ, ਫਿਰ 62 ਦਾ 4th ਆਨਸਰ ਆ ਜਾਊਗਾ। 63 ਨੰਬਰ ਕੁਐਸਚਨ ਦੇਖ ਲੈਣੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਕਿੱਥੇ ਪ੍ਰਾਪਤ ਹੋਈ ਸੀ? ਠੀਕ ਹੈ, ਤਾਂ ਲਾਹੌਰ ਦੇ ਵਿੱਚ ਇਹਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਸੀ। ਬਾਅਦ ਵਿੱਚ ਇਹਨਾਂ ਨੂੰ ਦਿੱਲੀ ਦੇ ਵਿੱਚ 7 ਜੂਨ 1716 ਨੂੰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। 64 ਨੰਬਰ ਕੁਐਸਚਨ ਦੇਖ ਲੈਣੇ ਆ। ਨਵਾਬ ਕਪੂਰ ਸਿੰਘ ਕਿਹੜੀ ਮਿਸਲ ਨਾਲ ਸੰਬੰਧ ਜਿਹੜਾ ਸੀ ਉਹ ਰੱਖਦਾ ਸੀਗਾ? ਤਾਂ ਇਹਦਾ ਆਨਸਰ ਆ ਜਾਊਗਾ ਜੀ ਫੈਜ਼ਲਪੁਰੀਆ, ਠੀਕ ਹੈ। ਫੈਜ਼ਲਪੁਰੀਆ ਨੂੰ ਸ਼ਾਇਦ ਸਿੰਘਪੁਰੀਆ ਮਿਸਲ ਦੇ ਨਾਮ ਨਾਲ ਵੀ ਅਸੀਂ ਬੁਲਾਉਂਦੇ ਹਾਂ। ਤਾਂ ਫੈਜ਼ਲਪੁਰੀਆ ਕਿਉਂਕਿ ਇਹਦਾ ਪਿੰਡ ਸੀ ਜਿਹੜਾ ਫੈਜ਼ਲਪੁਰ ਸੀਗਾ। ਤਾਂ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਨਾਲ ਜਿਹੜੇ ਸੀ ਉਹ ਸੰਬੰਧਿਤ ਸੀਗੇ। ਮਿਸਲਾਂ ਬਾਰੇ ਕਾਫੀ ਕੁਐਸਚਨ ਪੁੱਛੇ ਜਾਂਦੇ ਨੇਗੇ। 65 ਨੰਬਰ ਕੁਐਸਚਨ, ਸ਼ੁਕਰ ਚੱਕੀਆ ਮਿਸਲ ਦੇ ਨਾਲ ਇਹਨਾਂ ਵਿੱਚ ਕੌਣ ਸੰਬੰਧ ਰੱਖਦਾ ਸੀਗਾ? ਤਾਂ ਬਲਦੀਪ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਦੀਵਾਨ ਕੌੜਾਮਲ। ਤਾਂ ਸ਼ੁਕਰ ਚੱਕੀਆ ਮਿਸਲ ਦੇ ਨਾਲ ਜਿਹੜਾ ਸੰਬੰਧ ਸੀਗਾ ਉਹਦਾ ਸੰਬੰਧ ਸੀਗਾ ਜੀ ਮਹਾਰਾਜਾ ਰਣਜੀਤ ਸਿੰਘ ਦਾ। ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਨੂੰ ਬਿਲੋਂਗ ਕਰਦੇ ਸੀਗੇ। ਲਾਹੌਰ ਸ਼ਹਿਰ ਤੇ ਕਬਜ਼ਾ ਹੋਇਆ ਸੀ? ਦੇਖੋ ਹੁਣ ਕੁਐਸਚਨ ਦੀ ਕੋਈ ਮਤਲਬ ਲੌਜਿਕ ਤੌਰ ਤੇ ਕੁਐਸਚਨ ਨਹੀਂ ਬਣਦਾ ਵੈਸੇ ਤਾਂ ਇਹ ਵੀ ਲਾਹੌਰ ਸ਼ਹਿਰ ਤੇ ਕਦੋਂ ਕਬਜ਼ਾ ਹੋਇਆ ਸੀ। ਲਾਹੌਰ ਸ਼ਹਿਰ ਦਾ ਮਤਲਬ ਕੀ ਹੈ ਵੀ ਲਾਹੌਰ ਸ਼ਹਿਰ ਦੇ ਉੱਪਰ ਕਿਹਨੇ ਕਬਜ਼ਾ ਕੀਤਾ ਸੀਗਾ? ਤਾਂ ਲਾਹੌਰ ਸ਼ਹਿਰ ਦੇ ਉੱਪਰ ਤਾਂ ਬਹੁਤਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਤਾਂ ਇਹ ਪੁੱਛਿਆ ਜਾਣਾ ਚਾਹੀਦਾ ਸੀ ਵੀ ਲਾਹੌਰ ਸ਼ਹਿਰ ਦੇ ਉੱਪਰ ਕਿਹਨੇ ਕਬਜ਼ਾ ਕੀਤਾ ਹੈਗਾ, ਠੀਕ ਹੈ। ਤਾਂ ਕਦੋਂ ਕੀਤਾ ਹੈਗਾ, ਫਿਰ ਇਹਦਾ ਆਨਸਰ ਸਹੀ ਬਣਦਾ ਸੀਗਾ। ਵੈਸੇ ਚਲੋ ਇਹ ਮੰਨ ਲੈਣੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਕੁਐਸਚਨ ਪੁੱਛਿਆ ਜਾ ਰਿਹਾ, ਪਰ ਫਿਰ ਵੀ ਪੁੱਛਣਾ ਚਾਹੀਦਾ ਸੀਗਾ, ਇਹ ਦੱਸਣਾ ਚਾਹੀਦਾ ਸੀਗਾ। 1799 ਆਨਸਰ ਆਊਗਾ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਮੰਨ ਕੇ ਚੱਲਦੇ ਹਾਂ। ਅਦਰਵਾਈਜ਼ ਤਾਂ ਕਿਉਂਕਿ ਆਪਸ਼ਨਾਂ ਦੇ ਅਕੋਰਡਿੰਗ ਅਸੀਂ ਫਿਰ ਆਨਸਰ ਦੇ ਸਕਦੇ ਹਾਂ, ਅਦਰਵਾਈਜ਼ ਇਹਦਾ ਗ੍ਰੇਸ ਨੰਬਰ ਮਿਲਣਾ ਚਾਹੀਦਾ ਸੀ ਤੁਹਾਨੂੰ। 67 ਨੰਬਰ, ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਉੱਪਰ ਕਦੋਂ ਕਬਜ਼ਾ ਕੀਤਾ ਸੀ? ਤਾਂ ਮੁਲਤਾਨ, ਪਿਸ਼ਾਵਰ, ਅੰਮ੍ਰਿਤਸਰ ਕਾਫੀ ਇੰਪੋਰਟੈਂਟ ਨੇ, ਤੁਹਾਨੂੰ ਪਤਾ ਜੀ। ਇਹ 1818 ਦੇ ਵਿੱਚ ਮੁਲਤਾਨ ਦੇ ਉੱਪਰ ਜਿਹੜਾ ਸੀ ਇਹਨਾਂ ਨੇ ਅਧਿਕਾਰ ਉਹ ਕੀਤਾ ਸੀ। ਕਸ਼ਮੀਰ ਦੀ ਜਿੱਤ ਹੋਈ ਸੀ 1819 ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਇਸ ਮਹੀਨੇ ਦੇ ਵਿੱਚ ਹੋਇਆ ਸੀਗਾ? ਤਾਂ ਜੂਨ ਦੇ ਵਿੱਚ, ਠੀਕ ਹੈ। ਅਗਸਤ, ਸਤੰਬਰ, ਤਾਂ ਇਹਦਾ ਆਨਸਰ ਹੋ ਗਿਆ ਜੀ ਜੂਨ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੀ ਉਹ ਦੇਹਾਂਤ 27 ਜੂਨ ਪ੍ਰੋਪਰ ਡੇਟ ਸ਼ਾਇਦ। 69 ਨੰਬਰ ਕੁਐਸਚਨ ਦੇਖ ਲੈਣੇ। ਪਹਿਲਾ ਐਂਗਲੋ ਸਿੱਖ ਯੁੱਧ ਕਿਸ ਦੌਰਾਨ ਹੋਇਆ ਸੀ? ਠੀਕ ਹੈ, ਤਾਂ ਪਹਿਲਾ ਸਿੱਖ ਯੁੱਧ ਹੋਇਆ ਸੀ ਜੀ 45 ਤੋਂ ਲੈ ਕੇ 46 ਦੇ ਵਿਚਕਾਰ।
ਮਾਰਚ ਦਸੰਬਰ ਤੋਂ ਲੈ ਕੇ ਦਸੰਬਰ 1945 ਦੇ ਵਿੱਚ ਯੁੱਧ ਸ਼ੁਰੂ ਹੋਇਆ ਸੀ ਤੇ ਮਾਰਚ 1846 ਤੱਕ ਜਿਹੜਾ ਸੀ ਉਹ ਯੁੱਧ ਲੜਿਆ ਗਿਆ ਸੀਗਾ। ਠੀਕ ਹੈ। ਲਾਹੌਰ ਦਰਬਾਰ ਦੇ ਵਿੱਚ ਬ੍ਰਿਟਿਸ਼ ਰਾਜ ਦਾ ਪ੍ਰਤੀਨਿਧੀ ਕੌਣ ਸੀਗਾ? ਤਾਂ ਇੱਥੇ ਦੇਖੋ ਕਨਫਿਊਜ਼ ਕਰਨ ਵਾਲੇ ਕੁਐਸਚਨ ਹੁੰਦੇ ਕਈ ਵਾਰੀ ਇਹ। ਤਾਂ ਇਹਦਾ ਆਨਸਰ ਆਊਗਾ ਜੀ ਹੈਨਰੀ ਲਾਰੈਂਸ। ਸ਼ਾਇਦ ਮੈਂ ਇੱਕ ਲਾਸਟ ਵੀਡੀਓ ਦੇ ਵਿੱਚ ਜੌਨ ਲਾਰੈਂਸ ਕਿਹਾ ਸੀਗਾ, ਠੀਕ ਹੈ, ਤਾਂ ਤੁਸੀਂ ਉਹਨੂੰ ਕਰੈਕਟ ਕਰ ਲਿਓ ਥੋੜਾ ਜਿਹਾ। ਤਾਂ ਇਹਦਾ ਆਨਸਰ ਬਣੂਗਾ ਜੀ, ਕਰੈਕਟ ਆਨਸਰ ਜਿਹੜਾ ਬਣੂਗਾ ਹੈਨਰੀ ਲਾਰੈਂਸ ਬਣੂਗਾ। ਇਹ ਦੋਨੇ ਹੈਨਰੀ ਲਾਰੈਂਸ ਤੇ ਜੌਨ ਲਾਰੈਂਸ ਦੋਨੇ ਬ੍ਰਦਰ ਸੀਗੇ, ਠੀਕ ਹੈ। ਤਾਂ ਕਈ ਵਾਰੀ ਕਨਫਿਊਜ਼ ਕਰ ਦਿੰਦੇ ਨੇ। ਤਾਂ ਹੈਨਰੀ ਲਾਰੈਂਸ ਦਾ ਆਨਸਰ ਆਊਗਾ ਲਾਹੌਰ ਦਰਬਾਰ ਦੇ ਵਿੱਚ ਜਿਹੜਾ ਪ੍ਰਤੀਨਿਧੀ ਸੀਗਾ ਅੰਗਰੇਜ਼ਾਂ ਦਾ। 71 ਨੰਬਰ ਕੁਐਸਚਨ ਹੈ 1849 ਦੀ ਪੰਜਾਬ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਤਾਂ ਜਦੋਂ ਪੰਜਾਬ ਨੂੰ ਭਾਰਤ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਸ ਟਾਈਮ ਗਵਰਨਰ ਜਨਰਲ ਕੌਣ ਸੀਗਾ? ਤਾਂ ਕੌਣ ਸੀ? ਲਾਰਡ ਡਲਹੌਜੀ। ਤਾਂ 71 ਦਾ ਆ ਜਾਊਗਾ ਜੀ ਥਰਡ ਆਨਸਰ, ਲਾਰਡ ਡਲਹੌਜੀ। ਮੋਹਨਜੋਦੜੋ ਇਸ ਪ੍ਰਾਂਤ ਦੇ ਵਿੱਚ ਸਥਿਤ ਹੈ। ਤਾਂ ਮੋਹਨਜੋਦੜੋ ਹੜੱਪਾ ਸਭਿਅਤਾ ਦੇ ਕਾਲ ਦਾ ਇੱਕ ਬਹੁਤ ਇੰਪੋਰਟੈਂਟ ਸ਼ਹਿਰ ਮੰਨਿਆ ਜਾਂਦਾ ਹੈਗਾ। ਤਾਂ ਕਿਹੜੇ ਪ੍ਰਾਂਤ ਦੇ ਵਿੱਚ ਹੈ ਜੀ? ਤਾਂ ਆਨਸਰ ਆਊਗਾ ਸਿੰਧ ਪ੍ਰਾਂਤ, ਠੀਕ ਹੈ, ਸਿੰਧ ਪ੍ਰਾਂਤ ਦਾ ਆਨਸਰ ਆ ਜਾਊਗਾ ਇਹਦਾ। ਹੜੱਪਾ ਸਭਿਅਤਾ ਸੰਬੰਧਿਤ ਇਹ ਵੀ ਕੁਐਸਚਨ ਰਿਪੀਟ ਹੋ ਚੁੱਕਿਆ ਹੈਗਾ 73 ਦਾ। ਤਾਂ ਪੱਥਰ ਯੁੱਗ ਹੈ, ਤਾਂਬਾ ਯੁੱਗ ਹੈ, ਲੋਹ ਯੁੱਗ ਹੈ, ਜਾਂ ਫਿਰ ਉਹਨਾਂ ਨੇ ਉੱਥੇ ਇੰਗਲਿਸ਼ ਦੇ ਵਿੱਚ ਲਿਖਤਾ ਸੀਗਾ। ਤਾਂ ਇਹਦਾ ਆਨਸਰ ਆ ਜਾਊਗਾ ਜੀ ਤਾਂਬਾ ਯੁੱਗ, ਠੀਕ ਹੈ ਜੀ, ਤਾਮਰ ਯੁੱਗ ਨੂੰ ਅਸੀਂ ਬੋਲਦੇ ਹਾਂ। 74 ਨੰਬਰ ਕੁਐਸਚਨ ਤੇ ਆਏ ਨੇ ਆਪਾਂ, ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ? ਤਾਂ ਹੜੱਪਾ ਜਿਹੜਾ ਸ਼ਹਿਰ ਸੀਗਾ ਉਹ ਕਿਹੜੀ ਨਦੀ ਦੇ ਕੰਢੇ ਤੇ ਸੀਗਾ ਜੀ? ਇਹ ਰਾਵੀ ਨਦੀ ਦੇ ਕੰਢੇ ਦੇ ਉੱਪਰ ਸਥਿਤ ਸੀਗਾ। ਅੱਜ ਦਾ ਲਾਸਟ ਕੁਐਸਚਨ ਹੈ 75 ਨੰਬਰ ਕੁਐਸਚਨ ਹੈ, ਰਿਗਵੇਦ ਦੇ ਵਿੱਚ ਕਿਹੜਾ ਭਗਵਾਨ ਸਭ ਤੋਂ ਜ਼ਿਆਦਾ ਜਿਹੜਾ ਮਹੱਤਵਪੂਰਨ ਉਹ ਮੰਨਿਆ ਜਾਂਦਾ ਹੁੰਦਾ ਹੈ? ਤਾਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਿਹੜਾ ਮੰਨਿਆ ਜਾਊਗਾ? ਜਿਹਦਾ ਵਰਣਨ ਸਭ ਤੋਂ ਜ਼ਿਆਦਾ ਆਊਗਾ ਰਿਗਵੇਦ ਦੇ ਵਿੱਚ, ਉਹ ਜਿਹੜਾ ਸੀ ਭਗਵਾਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਹੈ। ਤਾਂ ਇੰਦਰ ਦਾ ਵਰਣਨ ਸਭ ਤੋਂ ਜ਼ਿਆਦਾ ਸ਼ਾਇਦ 375 ਵਾਰੀ ਵਰਣਨ ਆਉਂਦਾ ਇੰਦਰ ਦਾ, ਠੀਕ ਹੈ। ਜੇ ਮੈਂ ਕਰੈਕਟ ਨਹੀਂ ਕੀਤਾ ਫਿਰ ਤੁਸੀਂ ਕਰੈਕਟ ਦੱਸ ਦਿਓ ਕਮੈਂਟ ਬਾਕਸ ਦੇ ਵਿੱਚ ਵੀ ਕਿੰਨੇ ਵਾਰ ਇੰਦਰ ਦਾ ਵਰਣਨ ਉਹ ਕੀਤਾ ਗਿਆ। ਤਾਂ ਇੰਦਰ ਸਭ ਤੋਂ ਮਹੱਤਵਪੂਰਨ ਜਿਹੜਾ ਦੇਵਤਾ ਉਹ ਮੰਨਿਆ ਜਾਂਦਾ। ਤੁਹਾਨੂੰ ਘੱਟੋ ਘੱਟ ਤੁਹਾਨੂੰ 4 ਪਤਾ ਹੋਣੇ ਚਾਹੀਦੇ ਨੇ ਵੀ ਕਿਹੜੇ ਕਿਹੜੇ ਮਹੱਤਵਪੂਰਨ 4 ਨੇ। ਤਾਂ ਜਿਹਨੂੰ 4 ਪਤਾ ਉਹ ਵੀ ਆਪਣਾ ਆਪਸ਼ਨ ਕਮੈਂਟ ਬਾਕਸ ਵਿੱਚ ਦੱਸੋ ਤੁਸੀਂ, ਠੀਕ ਹੈ, ਵੀ ਕਿਹੜੇ ਕਿਹੜੇ 4 ਸੀਗੇ। ਤਾਂ ਇਹ ਸੀ ਲਾਸਟ ਕੁਐਸਚਨ ਅੱਜ ਦਾ। ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ। ਜੇ ਸਾਡੇ ਚੈਨਲ ਦੇ ਉੱਪਰ ਤੁਸੀਂ ਨਵੇਂ ਆਏ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਰਹਾਂਗੇ। ਤੇ ਇੱਕ ਪ੍ਰੈਸ ਕਰ ਦਿਓ ਤੁਸੀਂ ਬੈਲ ਆਈਕਨ ਦਾ ਬਟਨ ਵੀ ਹੈ ਇੱਥੇ, ਠੀਕ ਹੈ, ਤੇ ਤਾਂ ਕਿ ਜੋ ਵੀ ਨੋਟੀਫਿਕੇਸ਼ਨ ਅਸੀਂ ਤੁਹਾਨੂੰ ਦਿੰਦੇ ਹੈਗੇ ਉਹ ਜਲਦੀ ਤੁਹਾਡੇ ਤੱਕ ਪਹੁੰਚ ਸਕੇ। ਜੋ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਉਹ ਜਲਦੀ ਪਹੁੰਚ ਸਕੇ। ਤੇ ਇੱਕ ਆਪਾਂ ਕਲਾਸ ਹੋਰ ਕਰਾਂਗੇ ਇਹਦੇ ਵਿੱਚ, ਫਿਰ ਇਸ ਤੋਂ ਬਾਅਦ ਆਪਾਂ ਕੰਟੀਨਿਊ ਦੁਬਾਰੇ ਆਪਾਂ ਜਿਹੜਾ ਸੀ ਆਪਣੇ ਕਨਸੈਪਟੁਅਲ ਚੈਨਲ ਜਿਹੜੇ ਅਸੀਂ ਟੌਪਿਕਸ ਉਹਦੇ ਉੱਪਰ ਆਪਾਂ ਆ ਜਾਵਾਂਗੇ, ਠੀਕ ਹੈ। ਤਾਂ ਜੁੜੇ ਰਹਿਣਾ ਤੁਸੀਂ ਸਾਡੇ ਨਾਲ। ਮਿਲਦੇ ਹਾਂ ਫਿਰ ਇੱਕ ਨਵੀਂ ਕਲਾਸ ਦੇ ਨਾਲ। ਤਦ ਤੱਕ ਲਈ ਬਾਏ, ਥੈਂਕ ਯੂ।